ਡਿਆ ਦੇਈ ਸਿਸੁ ਤਾਰ ਨੈਣ ਮਹਿੰਜੇ ਤਰਸ ਦੇ ਨੈਣ ਮਹਿੰਜੇ ਤਰਸ ਦੇ ਕਦ ਪਸੀ ਦੀਦਾਰ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ ਆਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਯਾਰ ਤੀਰ ਸੈਫ ਸਰੋਹੀ ਸਹਥੀ ਯਹ ਹਮਾਰੇ ਪੀਰ तीर तुही सहथी तुही तबर तरवार नाम तिहारो जो जपै पहे सिंध भव पार काल तुही काली तुही आज जगबीर तुही निशानी जीत की तुही आज जगबीर सो कहो टल गुर सेविया अहनिस सहज सुभाए दर्शन परसै गुरु कै जन्म मरण दुख जाए दर्शन परसै गुरु कै जन्म मरण दुख जाए। सतनाम श्री वाहिगुरु जी। महला पहला। वायन चेले नचन गुर पैर हलायन फेरन सिर। वायन चेले नचन गुर पैर हलायन फेरन सिर। उड उड रावा झाटा पाए वेखा लोक हसा कर जाए। रोटिया कारण पूरहि ताल आप पछाड़हि धरती नाल। गावन गोपिया गावन कान गावन सीता राजे राम। निरभउ निरंकार सच नाम जाका किया सगल जहान। सेवक सेवहे करम चढ़ाओ भिन्नी रैण जिना मन चाओ। सिक्खी सिक्ख्या गुर विचार नदरी करम लंघाए पार। कोलू चरखा चक्की चक थलवारोले बहुत अनंत। लाटू मातहाणिया अनगाह पंखी पौंदिया लैन न साह। सूवा चाड़ पवाइया है जंत
ਨਾਨਕ ਪਹੁੰਦਿਆ ਗਣਤ ਨਾ ਅੰਤ। ਸੋਏ ਭਇਆ ਕਿਰਤ ਨਾਨਕ ਨੱਚਾ ਕੋਏ। ਨਚ ਨਚ ਹਸਹਿ ਚਲਹਿ ਸੇ ਰੋਏ। ਉੱਡ ਨ ਜਾਹੀ ਸਿਧ ਨਾ ਹੋਏ। ਨੱਚਣ ਕੁੱਦਣ ਮਨ ਕਾ ਚਾਓ। ਨਾਨਕ ਜਿਨ ਮਨ ਭਾਓ ਤਿਨਾ ਮਨ ਭਾਓ। ਨੱਚਣ ਕੁੱਦਣ ਮਨ ਕਾ ਚਾਓ। ਨਾਨਕ ਜਿਨ ਮਨ ਭਾਓ ਤਿਨਾ ਮਨ ਭਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਦੀਨਾ ਬੰਧੂ ਕਿਰਪਾ ਦੇ ਸਾਗਰ ਪਤਿਤ ਪਾਵਨ ਜਾਗਦੀ ਜੋਤ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਪਰਮ ਕਿਰਪਾਲਤਾ ਸਦਕਾ ਆਪ ਜੀ ਸਤ ਸੰਗਤ ਦੀਆਂ ਘੜੀਆਂ ਦਾ ਸੋ ਚੌਜੀ ਪਾਤਸ਼ਾਹ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਨੇ ਜਿਸ ਅਸਥਾਨ ਤੇ ਮਹਾਨ ਬਖਸ਼ਿਸ਼ਾਂ ਕੀਤੀਆਂ, ਗਰੀਬ ਨਵਾਜ ਸਤਿਗੁਰਾਂ ਨੇ ਸ੍ਰੀ ਗੁਰੂ ਗ੍ਰੰਥ ਗੁਰਿਆਈ ਤਖਤ ਬਖਸ਼ਿਸ਼ ਦਾ ਸਤਿਗੁਰੂ ਜੀ ਜੋਤੀ ਜੋਤ ਸਮਾਏ ਐਸਾ ਸਤਿਗੁਰਾਂ ਦਾ ਪਵਿੱਤਰ ਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਆਪ ਜੀ ਨੂੰ ਦਰਸ਼ਨ ਦਿਦਾਰਿਆਂ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਤਸੰਗੀ ਜਨ ਬੜੇ ਪਿਆਰ ਨਾਲ ਸਤਿਗੁਰਾਂ ਦੇ ਹਜ਼ੂਰ ਜੁੜ ਬੈਠੇ ਹੈ। ਅੱਜ ਵੱਡੇ ਵੇਲੇ ਤੋਂ ਬਰਖਾ ਹੋ ਰਹੀ ਹੈ, ਪਾਵਸ ਰਿਤੂ ਹੈ। ਜਿਨ੍ਹਾਂ ਦੇ ਮਨ ਅੰਦਰ ਸਤਿਗੁਰੂ ਜੀ ਦਾ ਪਿਆਰ ਹੁੰਦਾ ਹੈ, ਉਹ ਇਹ ਬਰਖਾ ਦੀ, ਮੌਸਮ ਦੀ, ਝੱਖੜ ਦੀ ਪਰਵਾਹ ਨਹੀਂ ਕਰਦੇ। ਸਤਿਗੁਰੂ ਦੇ ਕਰਨ ਲਈ ਪਿਆਰ ਨਾਲ ਖਿੱਚੇ ਚਲੇ ਆਉਂਦੇ ਆ। ਨਹੀਂ ਤਾਂ ਮਨ ਤਾਂ ਅੱਗੇ ਹੀ ਦਲਿੱਦਰੀ ਹੁੰਦਾ ਹੈ। ਜਿਹਨੇ ਬਾਰੀ ਰਾਹੀਂ ਹੀ ਬਾਹਰ ਦੇਖ ਲਿਆ ਕਿ ਮੀਂਹ ਪੈਂਦਾ, ਉੱਥੇ ਹੀ ਚਾਦਰ ਘੁੱਟ ਕੇ ਲੰਮੇ ਪੈ ਜਾਣਾ। ਅੱਛਾ, ਅੱਜ ਮੌਸਮ ਖਰਾਬ ਹੈ। ਮੌਸਮ ਕੀ ਖਰਾਬ ਹੈ, ਅੰਦਰੋਂ ਮਨ ਹੀ ਖਰਾਬ ਹੁੰਦਾ ਹੈ। ਉਹ ਬਹਾਨੇ ਲੱਭਦਾ ਹੁੰਦਾ ਹੈ। ਮਹਾਰਾਜ ਨੇ ਕਿਹਾ, ਝੱਖੜ ਝਾਗੀ ਮੀਂਹੋ ਵਰਸੈ, ਭੀ ਗੁਰ ਦੇਖਣ ਜਾਈ। ਤਾਂ ਵੀ ਗੁਰੂ ਸਾਹਿਬ ਦਾ ਦਰਸ਼ਨ ਵੇਖਣ ਵਾਸਤੇ ਜਾਣਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਇੱਕ ਦਿਨ ਇਹ ਕਲਾ ਵਰਤਾਈ। ਕੁਝ ਪ੍ਰੇਮੀ ਕਹਿੰਦੇ, ਮਹਾਰਾਜ ਜੀ ਕੀ ਕਰੀਏ, ਸਾਥੋਂ ਨਾ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਰਿਹਾ ਨਹੀਂ ਜਾਂਦਾ। ਬੜਾ ਪਿਆਰ ਲੱਗ ਗਿਆ ਤੁਹਾਡੇ ਦਰਸ਼ਨਾਂ ਦਾ। ਸਤਿਗੁਰੂ ਜੀ ਤੇ ਫਿਰ ਸੱਚ ਉਘੇੜ ਦਿੰਦੇ ਆ ਗਰੀਬ ਨਵਾਜ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਅਸਾਂ ਸਿੱਖੋ ਸੰਗਤ ਕਰਿਆ ਕਰੋ। ਮਹਾਰਾਜ ਜੀ ਸਾਡਾ ਤਾਂ ਬੜਾ ਪਿਆਰ ਹੈ ਤੁਹਾਡੇ ਦਰਸ਼ਨ ਦੇ ਕਰਨ ਵਿੱਚ। ਮਹਾਰਾਜ ਨੇ ਫਿਰ ਐਸਾ ਸਵਾਂਗ ਵਰਤਾਇਆ। ਮਹਾਰਾਜ ਇੱਕ ਦਿਨ ਹੀਰ ਰਾਂਝੇ ਦਾ ਪ੍ਰਸੰਗ ਸੁਣਾਉਣ ਲੱਗ ਗਏ ਤੇ ਦੂਜਾ ਦਿਨ ਹੋਇਆ ਮਹਾਰਾਜ ਮਿਰਜ਼ਾ ਸਾਹਿਬਾਂ ਦਾ ਪ੍ਰਸੰਗ ਸੁਣਾਤਾ, ਸੱਸੀ ਪੁੰਨੂ ਦਾ ਪ੍ਰਸੰਗ ਸੁਣਾਤਾ। ਇਹ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਇਹਨਾਂ ਦੇ ਪ੍ਰਮਾਣ ਦਿੱਤੇ ਹੈ। ਉਹ ਦੁਨਿਆਵੀ ਆਸ਼ਕੀ ਹੈ, ਪਰ ਮਹਾਰਾਜ ਨੇ ਫਿਰ ਇਹੀ ਸ਼ਬਦ ਵਰਤ ਕੇ ਆਖਿਆ, ਆਸਕ ਇਹ ਨਾ ਆਖੀ ਹੈ।
वो रब दे आशिक वै, परमेश्वर दे आशिक वै। जदों महाराज 3 दिन इस तरह के प्रसंग सुनाए तो अगले दिन चंगा मीह पिया, बहुत मीह पिया। तो जेड़े फिर कहते सी महाराज तुहाडे दर्शनां तो बिना रहा नहीं जाता, वो सोचण लगे चलो छड्डो पर, महाराज ने कोई सस्सी पुन्नू का ही प्रसंग सुनाउणा होना तो रहण दिन्ने, अज मीह भी बड़ा पैंदा तो की जाना है। जदों ना गए फिर सतगुरां जी दे कोल जदों गए हन दर्शन करन, किते 2 दिन बाद महाराज कहते सिखो भी तुहानूं तो प्यार बड़ा सी दर्शनां दा ते आए नहीं कल, महाराज मीह बड़ा पैंदा सी। महाराज कहते आशिकां नूं मीह नहीं रोक सकदा। वो जिहड़ी सस्सी सी उहनूं किते नदी ने रोक लिया सीगा, वो तो कच्चे घड़े ते ही तर गई सी। दुनियावी आशिकी है, जिहड़े वाहिगुरू दे आशिक हुंदे है उन्हां नूं ते जालमां दियां हकूमतां ते जुल्म नहीं रोक सकदा। वाहिगुरू नाल प्यार करनों वो चरखड़ी ते चढ़ जाण, आरे नाल चीरे जाण, पर वाहिगुरू नाल प्यार करना नहीं छड्डदे। सच्चे पातशाह जी कहंदे भाई तुसी मीह च ही गिले होण दे डर नाल, फिर सतगुरां ने आख्या गुरु महाराज दी बाणी दीयां पंक्तियां ने कि भावें झक्खड़ झुल जावे, मीह वरसे, बर्फ बरखे बहुत ज़्यादा, भी प्यार नाल गुरु जी का दर्शन वेखण वास्ते जाना। धन हन वो सतसंगी जिहड़े सच्चे पातशाह दे प्यार विच भिजे होए खिचे चले आउंदे आ, जिवें भंवरे फुੱਲ दे उत्ते आउंदे आ, जिवें हिरन कंडे हाड़े दे शब्द नूं सुनन वास्ते दौड़े चले आउंदे आ। सच्चे पातशाह जी महाराज दी संगत करन लई आप जी प्यार नाल सज बैठे हो। गुरु प्यारी साध संगत जी अज 2 दिहाड़े है, एक तां मीरी पीरी दिवस है अज, ते दूसरा सिंह साहिब हैड ग्रंथी सचखंड श्री हरमंदर साहिब सिंह साहिब भाई मनी सिंह साहिब जी का शहीदी दिहाड़ा है। तो सूक्ष्म रूप विच आपां सरवण करके फिर लड़ीवार कथा सरवण करते हैं। मीरी अते पीरी साध संगत जी, जो मीरी है ना, ये गरीब नवाज सच्चे पातशाह ने पातशाहत की प्रतीक बख्शिश की है, ते पीरी जो है ये भगती का प्रतीक है। महाराज जी ने ये चिन्ह सतगुरां जी ने 6वें जामे में बख्शिश किए है, पर यह गुरु नानक साहब का तख्त शुरू तो ही मीरी पीरी तख्त है, क्योंकि भट्टां ने कहा कि राज जोग तख्त, मीरी है राज, पीरी है जोग। ये राज जोग तख्त जिहड़ा ना, फिर भट्टां ने कहा कि गुरु नानक देव सच्चे पातशाह जी आप जी ने राज जोग नूं मानना कीता है। ये गुरु नानक साहब जी का गुरियाई तख्त जिहड़ा ना, ये साध संगत जी दुनियावी पातशाह तो किते उच्चा ते वड्डा है, ये रब्बी तख्त है। ते जिथे फिर ये सारियां पातशाहां तो उपर है, उथे ये भाव भगती का भी प्रतीक है, उथे ये नाम का प्रतीक है। ये सतगुरां ने उस गुरु नानक साहब जी की कीती हुई बख्शिश राज जोग की बख्शिश नूं महाराज ने फिर प्रतख संसार नूं दिखाया, क्योंकि महाराज 5वें जामे तक पीरी च ही रहे ना, फिर हैगा ये राज जोग तख्त सी, पर महाराज शांतमई रहे सच्चे पातशाह। गरीब नवाज सतगुरां ने फिर जुल्म नूं नाश करन लई मीरी ते पीरी दियां श्री साहिबां धारण कीतियां। हजूर ने श्री अकाल तख्त साहिब की रचना की, जो तख्त का सिरजना दिवस आपां थोड़े दिन पहला ही मनाया है। सच्चे पातशाह जी महाराज ने सानू शस्त्रां की दात बख्शिश की है, जो पंथवाली गुरु गोबिंद सिंह साहब जी महाराज अपनी बाणी विच कहा ना कि ये जो शस्त्र ने ये साडे पीर ने, इन्हां दा महाराज जी नाम लैंदियां होया अस कृपान खंडो खड़ग तुपक तबर अर तीर सैफ सरोही सहथी यह हमारे पीर। फिर कहा महाराज ये
तीर, ये शस्त्र सैफ, ये महाराज कृपान कोई होर नहीं। तीर तुही, सहथी तुही, तुही तबर तरवार, नाम तिहारो जो जपै भये सिंध पव पार। सतगुरु जी आप जी ने काली दी उस्तत लिखी है, महाराज कहते नहीं भाई असी तो ਉਹਦੀ शक्ति दी उस्तत लिखी है। काल तुही काली तुही, तुही तेग अर तीर। महाराज तू ही तेग है, तू ही तीर है, तू ही निशानी जीत की, तू ही जित दी निशानी है, तू ही जित दी तुझा है। आज तू ही जगबीर, तू ही जगत दा सब तो वड्डा सूरबीर है। ये वाहिगुरु दी उस्तत कीती है सच्चे पातशाह ने। शस्त्रां नूं गरीब नवाज कहंदे भाई शस्त्र निरंकार ने, परमेश्वर स्वरूप हैं। पंथवाली सतगुरु जी दे सत्कारयोग दादा सतगुरु धन गुरु हरगोबिंद साहब सच्चे पातशाह जी महाराज जी ने ये मीरी ते पीरी दा सिद्धांत बख्शिया, जिस नूं सतगुरां ने देग ते तेग दे रूप विच साध संगत जी अपने खालसे नूं बख्शिश कीता। जो देग है ना ये भगती दी प्रतीक है, तेग साध संगत जी बादशाहत दी प्रतीक है। जिहड़ा गुरु घर आउंदा ना चल करके उहदे लई साध संगत जी देग दे लंगर वरतदे आ। ते जे कोई जरवाना चढ़ के आ जाए फिर जालम दी पखिया वास्ते महाराज ने तेग भी बख्शिश कीती है। दोवें ही लंगर ने गुरु घर विच हुण तां छकण वाले ते है भी उन्हें की इच्छा करके किहड़ा लंगर छकना है। जे तां गुरु की शरण विच आउंदे आ तो फिर देग दा लंगर इत्थे चलदा है। जे गुरु कियां ते कोई चढ़ के आ जाए फिर 10वें पातशाह ने तेग दा लंगर भी कहा। महाराज जी ने उत्थे जदों भीमचंद ने वो धमकी भरिया पत्र लिखिया सी ना, तो महाराज जी ने उन्हें धमकी दी सी बहुत वड्डी कि आनंदपुर साहब छड्ड के चले जाओ, नहीं तो सब कुछ उजाड़ देंगा, कैद पा लांगा, सारी उम्र छुट नहीं सकोगे। तो महाराज जी ने फिर पत्र का उत्तर दिता सी। सतगुरु जी कहते भीमचंद राजा तू हुण चढ़ के आ जाए, अपने मां के कुख तो जन्म लिया है। गुरु साहब के कहे हुए वाक सी, बली बहादुर सतगुरां ने उत्तर दिता सी। महाराज कहते असी तुहाडी प्राहुणाचारी वास्ते बड़ी तैयारी की है लंगर दी। उत्थे फिर कविराज ने लिखिया, महाराज ने जो पत्र लिखवाया ना, गुरु साहब कहते भी जेड़े गोलियां ना गोलियां सिखां सूरमियां दे सिंघां दे बंदूकां दे अंदर, ये तां राजा भीमचंद तेरी सैना दी प्राहुणाचारी वास्ते शक्कर पारे आ, ये शक्कर पारे वरतावांगे। ते जड़ियां थालियां वरताई दियां पत्तलां वो महाराज कहते सूरमियां दियां ढालां ने, ढालां दे विच पा पा के ये सारा कुछ। फिर महाराज कहते जड़े साडे खप्परे तीर है ये घ्यो दियां जलेबियां ने, देसी घ्यो दियां जलेबियां। ते महाराज साहब जी कहते जिहड़ी श्री साहब वगेगी वो घ्यो दी मठियाई है। इउं सतगुरु जी ने ये सारी प्राहुणाचारी दसी। जिहड़ा कोई सिर फिरिया गुरु घर ते चढ़ के आउंदा ना उहदे वास्ते फिर ये लंगर वै तेग दा। ते जिहड़ा कोई शरणार्थी आउंदा है, भुखा आउंदा है, लोड़वंद आउंदा है, उहदे लई फिर सतगुरु जी दे घर दे अंदर साध संगत जी ये देग दा लंगर है। कड़ा प्रसाद देसी घ्यो दा छकण नूं मिलदा है। फिर लंगर भांत भांत दे छकण नूं मिलदे हन। नंगिਆਂ नूं वस्त्र प्राप्त हुंदे है। ये सतगुरु सच्चे पातशाह जी महाराज ने मीरी ते पीरी दा सानू सिद्धांत बख्शिश कीता है। विस्तार तो बहुत है पर साध संगत जी समा नहीं आग्या दिंदा। सिंह साहब भाई मनी सिंह साहिब जी गुरु गोबिंद सिंह सच्चे पातशाह जी महाराज की चरण छो प्राप्त, जिन्होंने सिक्खी गुरु तेग बहादुर सच्चे पातशाह जी महाराज तो प्राप्त हुई। साध संगत जी ऐसी अनोखी सेवा गुरु घर दी सिंह साहब भाई मनी सिंह साहब ने की। हजूर ने इन्हां कोलों बाणी दे लिखवाउण दी सेवा लई। आख्या महाराज जी एडा वड्डा कारज है। हजूर कहंदे मनी सिंह ये अगम्मी कलम चलेगी, तैनूं तां वाहिगुरू ने वडियाई बख्शिश करनी है, कारज तां परमेश्वर ने आप ही करना है। भाई मनी सिंह साहब जी ने दमदमा साहब सतगुरु जी दे श्री कंठ तो उचारण हुई बाणी नूं साध संगत जी लिखिया।
महाराज जी ने गुरु पिता जी की बाणी चढ़ाई सी। एक ओंकार तो लैके 18 10 20 तक सतगुरां ने श्री गुरु ग्रंथ साहिब जी की बाणी लिखवा करके ते स्वरूप की संपूर्णता महाराज जी ने दमदमा साहिब की गरीब नवाज ने। उस समय जिन्ने 48 सिंह महाराज दे श्री कंठ तो कथा सुनी सी ना, महाराज पहले पैर बाणी उचारिया करते सी, दूजे पैर जिन्नी बाणी महाराज उचारदे उस बाणी दे अर्थ करते सच्चे पातशाह। ते हजूर दे श्री कंठ तो जिन्हां ने गुरबाणी दे अर्थ सुने वो 48 दे 48 सिंह बदे मुक्त होए सी। उन्हां दे नाम दमदमा साहिब लिखे आ, जदों आप दर्शन करन जाओ तो जरूर उत्थे पढ़ियो। फिर साध संगत जी बाबा दीप सिंह साहब ते भाई मनी सिंह साहब नूं सतगुरां जी ने कहा कि अजे तुहाडे शरीर की लोड़ है। महाराज ने वर दिता सी भाई मनी सिंह साहब नूं कि मनी सिंह इहो जिहा वक्त आवेगा धर्म की खातर तेरा बंद बंद छुट जाएगा, पर तेरे रस विच ते आनंद विच फर्क नहीं पवेगा। बाबा दीप सिंह साहब जी नूं वर दिता सी धर्म की रखिया खातर सीस धड़ दे नालों अलग हो जाएगा, पर तुहाडे ब्रह्म ज्ञान विच कोई फर्क नहीं पवेगा। ये सतगुरां जी ने वरदान बख्शिश कीते। साध संगत जी कुछ इतिहास दे अंदर इहो जिहियां अखेपक गल्लां आउंदियां जिन्हां दा सतपुरखां ने समय समय सिर जिहड़ा है ना वो उत्तर दिता है। क्योंकि ये जिक्र आउंदा है कि भाई मनी सिंह साहब जी ने ना गुरबाणी दीयां पोथियां साहिब बनाईयां सीगियां। गुटके साहब नितनेम दे 22 12 पोथी साहिब, भगत बाणी पोथी साहिब, ये संगतां दी सहूलत वास्ते भाई साहब जी ने कीता। ते उन्हां भुलेखे नाले लिख दिता है भई उस समय ਸਿੰਘਾਂ ने संगत ने ये सराप देता कि भाई मनी सिंह जिमें तू गुरु साहब का स्वरूप जिहड़ा ना वो थां थां ते वंड दिता है, इस तरह तेरा शरीर जिहड़ा वो टुकड़े टुकड़े हो जे। ये तो फिर सराप होया ना, ते जे सराप होवे ते फिर तो भाई मनी सिंह साहब ने जलाद दे टप मारदियां चीक जरूर मारनी सी। तो साध संगत जी ये तो वरदान है गुरु गोबिंद सिंह सच्चे पातशाह जी महाराज का। जदों जालम हुकूमत ने दीपमाला का मेला नहीं सी भाई मनी सिंह साहब नूं मनाउण दिता, उन्होंने 5000 जिहड़ा सी वो कीता होया सी कि तुसीं सरकारी खजाने में जमा करो तो दीपमाला मना लो। पर जदों पहला ही नीयत खराब ते घेरा पा लिया श्री हरमंदर साहब नूं कि भी इत्थे आउणगे जिहड़े सिंह ते पकड़ के कट्ठियां नूं मारना सौखा हो, जंगल च फड़ने औखे हुंदे आ। भाई साहब ने फिर चिट्ठियां कढ़ियां खालसे नूं, जिथे सद्दे पत्तर भेजे सी उत्थे आख्या खालसा जी हरमंदर साहब ना आयो, सरकार दी नीयत ठीक नहीं, ये ਸਿੰਘਾਂ नूं गिरफ्तार करना चाहुंदी है ते ਸਿੰਘਾਂ दा जिहड़ा घाण करना चाहुंदी। भाई साहब दा पंथ विच बड़ा सत्कार सी ते पंथ ने भाई साहब की आग्या मन के फिर वापसी कर दी। संगतां भी डरदियां जदों ना आईयां, फिर भाई साहब नूं इस करके गिरफ्तार कर लिया गया कि तुसीं 5000 रुपया नहीं खजाने में भेंट कीता, जिहड़ा वो सरकार नूं जुर्माना नहीं जिहड़ा तुसीं भरिया। भाई साहब कहंदे भी तुसीं मेला मनाउण नहीं दिता, जे ਸਿੰਘ आउंदे संगतां आउंदियां भेटा चढ़दी ते असीं तुहानूं भी 5000 दिंदे, पर तुसीं जदों दीपमाला का जोड़ मेला लाउण ही नहीं दिता तो फिर भेटा तुहानूं काहदी दईए, जुर्माना काहदा दईए। भाई साहब ने जदों ये नहीं दिती माया, गिरफ्तार करके लाहौर लिआंदा गया। भाई साहब नूं दीने इस्लाम करन लई ते समय बड़ा हुकूमत ने दबाव पाया। भाई साहब जी हारे हुए कहंदे मैं अपने बाजां वाले गुरु की दिती हुई सिक्ख्या नूं छड्ड के दीने इस्लाम नूं किवें कबूल कर सकदा, हाँ मौत मैनूं कबूल है। ते भाई साहब नूं फतवा दिता कि इन्हां दा जिहड़ा शरीर दे टुकड़े टुकड़े कर दिते जाण। जदों लाहौर दे सिखां नूं पता लगा, इकट्ठे हो के लाहौर दे सिख भाई साहब नूं मिले, आख्या भाई साहब जी 5000 तक ही असीं तुहाडे बराबर तोल के सोना दे दिंने आ, पर तुहानूं शहीद नहीं होण देंगे।
ਭਾਈ ਸਾਹਿਬ ਨੇ ਕਿਹਾ ਕਿ ਖਾਲਸਾ ਜੀ ਇਹ ਜਿਹੜੀ ਦੇਹੀ ਹੈ ਨਾ, ਇਹਦਾ ਅੰਤ ਜ਼ਰੂਰ ਹੋਣਾ। ਸਰੀਰ ਕਦੇ ਵੀ ਸਦਾ ਨਹੀਂ ਰਹਿ ਸਕਦੇ। ਤੇ ਮੈਨੂੰ ਤਾਂ ਸਤਿਗੁਰਾਂ ਨੇ ਵੇਖੋ ਕਿੱਡਾ ਵੱਡਾ ਇਹ ਮੌਕਾ ਦਿੱਤਾ ਹੈ ਧਰਮ ਤੋਂ ਕੁਰਬਾਨ ਹੋਣ ਦਾ। ਇਸ ਕਰਕੇ ਸਰੀਰ ਸਦਾ ਨਹੀਂ ਰਹਿਣੇ, ਇਹ ਸ਼ਹੀਦੀ ਨੂੰ ਮੈਂ ਨਹੀਂ ਇਸ ਅਵਸਰ ਨੂੰ ਤਿਆਗਣਾ। ਕਿਹਾ ਭਾਈ ਸਾਹਿਬ ਸਾਨੂੰ ਤੁਹਾਡੇ ਸਰੀਰ ਦੀ ਲੋੜ ਹੈ। ਭਾਈ ਸਾਹਿਬ ਨੇ ਤੇ ਸਮੇਂ ਵਾਕ ਕਹੇ ਸੀ ਕਿ ਖਾਲਸਾ ਜੀ ਤਨ ਗੰਦਗੀ ਕੀ ਕੋਠੜੀ, ਹਰ ਹੀਰਿਆਂ ਕੀ ਖਾਨ, ਜੇ ਸਿਰ ਦਿੱਤਿਆਂ ਹਰ ਮਿਲਾਏ ਤਾਂ ਵੀ ਸਸਤਾ ਜਾਨ। ਕਹਿੰਦੇ ਜੇ ਮੈਨੂੰ ਇਹ ਬੰਦ ਕਟਵਾ ਕੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਿਆਰ ਤੇ ਹਜੂਰ ਦੀ ਗੋਦ ਮਿਲਦੀ ਹੈ, ਬੜਾ ਸਸਤਾ ਸੌਦਾ ਹੈ, ਇਹ ਕੋਈ ਮਹਿੰਗਾ ਸੌਦਾ ਨਹੀਂ। ਕਿਹਾ ਕਿ ਤੁਹਾਡੀ ਮੈਂ ਗਾੜੇ ਪਸੀਨੇ ਦੀ ਕਮਾਈ ਇਸ ਜ਼ਾਲਮ ਦੇ ਖਜ਼ਾਨੇ 'ਚ ਨਹੀਂ ਜਾਣ ਦੇਣੀ। ਸਾਡੀ ਸ਼ਹਾਦਤ ਦਾ ਵਕਤ ਆ ਗਿਆ, ਕੋਈ ਇਸ ਵਿੱਚ ਦਖਲ ਨਾ ਦੇਵੇ। ਲਾਹੌਰ ਦੇ ਸਿੱਖ ਵਾਹਿਗੁਰੂ ਦੇ ਭਾਣਿਆਂ ਜਾਣ ਕਰਕੇ ਤੇ ਫਿਰ ਭਾਈ ਸਾਹਿਬ ਦੀ ਰਜਾ ਜਾਣ ਕੇ ਪਿੱਛੇ ਹਟ ਗਏ। ਤੇ ਸਾਧ ਸੰਗਤ ਜੀ ਲਾਹੌਰ ਦਾ ਉਹ ਨਖਾਸ ਚੌਂਕ ਜਿੱਥੇ ਭਾਈ ਸਾਹਿਬ ਭਾਈ ਤਾਰੂ ਸਿੰਘ ਸਾਹਿਬ ਦਾ ਸ਼ਹੀਦਗੰਜ ਸਥਾਨ ਬਣਿਆ ਹੋਇਆ ਹੈ, ਬੜੀ ਅਫਸੋਸ ਦੀ ਗੱਲ ਹੈ ਪਾਕਿਸਤਾਨ ਗੌਰਮੈਂਟ ਵੀ ਇਸ ਦੇ ਉੱਤੇ ਕੋਈ ਦਖਲ ਨਹੀਂ ਦੇ ਰਹੀ। ਜਿਹੜੇ ਉੱਥੋਂ ਦੇ ਮੁਸਲਮਾਨ ਨੇ ਉਹਨਾਂ ਨੇ ਪਹਿਲਾਂ ਤਾਂ ਭਾਈ ਸਾਹਿਬ ਦੇ ਸ਼ਹੀਦਗੰਜ ਦੇ ਇੱਕ ਪਾਸੇ ਜਿਹੜਾ ਕਬਜ਼ਾ ਕਰ ਲਿਆ ਤੇ ਉਹਦੇ ਉੱਤੇ ਹਰਾ ਰੰਗ ਫੇਰ ਕੇ ਤੇ ਉਹਦੇ ਅੰਦਰ 2 ਕਬਰਾਂ ਬਣਾ ਛੱਡੀਆਂ। ਇੱਕ ਪਾਸੇ ਜਿੱਥੇ ਭਾਈ ਸਾਹਿਬ ਦਾ ਖੋਪਰਾ ਲੱਥਿਆ ਸੀਗਾ ਉਹ ਹੈ, ਤੇ ਹੁਣ ਸੁਣਨ ਵਿੱਚ ਆਇਆ ਕਿ ਉੱਥੇ ਵੀ ਨਿਸ਼ਾਨ ਸਾਹਿਬ ਵੱਢ ਦਿੱਤਾ ਹੈ ਤੇ ਉੱਥੇ ਵੀ ਉਹਨਾਂ ਸ਼ਾਇਦ ਕਬਜ਼ਾ ਕਰ ਲਿਆ। ਪਰ ਜਦੋਂ ਵੇਖਿਆ ਸੀਗਾ ਉਦੋਂ ਉਹ ਅਸਥਾਨ ਸੀਗਾ। ਤੇ ਜਿੱਥੇ ਹਰਾ ਰੰਗ ਫੇਰ ਕੇ ਉਹਨਾਂ ਨੇ ਮਸੀਤ ਦਾ ਜਾਂ ਕਬਰ ਦਾ ਸ਼ਕਲ ਦੇਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਾਧ ਸੰਗਤ ਜੀ ਰੰਗ ਜਦੋਂ ਫਿੱਕਾ ਪਿਆ ਨਾ ਤੇ ਹੈਰਾਨ ਹੋ ਜਾਓਗੇ, ਉਸ ਰੰਗ ਦੇ ਥੱਲੇ ਦੀ ਗੁਰੂ ਨਾਨਕ ਸਾਹਿਬ ਤੇ ਭਾਈ ਬਾਲਾ ਮਰਦਾਨਾ ਦੀਆਂ ਕਲਾਕ੍ਰਿਤਾਂ ਦਿਸਦੀਆਂ ਨੇ। ਸ਼ੇਰੇ ਪੰਜਾਬ ਜੀ ਨੇ ਉਹ ਸਮਾਧੇ ਬਣਵਾਏ ਸੀਗੇ ਤੇ ਉਹ ਉੱਤੇ ਹਰਾ ਰੰਗ ਫੇਰ ਕੇ ਕਬਜ਼ਾ ਕਰੀ ਜਾਂਦੇ, ਕਿਉਂਕਿ ਉਹ ਬਹੁਤ ਮਹਿੰਗੀ ਥਾਂ ਹੈ, ਸੰਘਣੇ ਬਾਜ਼ਾਰ 'ਚ ਹੈ ਨਾ, ਤੇ ਇਸ ਕਰਕੇ ਉਹਦੇ ਤੇ ਉਹ ਕਬਜ਼ਾ ਕਰ ਰਹੇ ਹੈ। ਉਸ ਲਾਹੌਰ ਦੇ ਨਖਾਸ ਚੌਂਕ ਦੇ ਅੰਦਰ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਜਦੋਂ ਲਿਆਂਦਾ ਗਿਆ, ਜਲਾਦਾਂ ਨੂੰ ਹੁਕਮ ਸੀ। ਸਾਧ ਸੰਗਤ ਜੀ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਏ ਕਿ ਜਦੋਂ ਭਾਈ ਸਾਹਿਬ ਦੇ ਉਂਗਲਾਂ ਦੇ ਬੰਦ ਛੱਡ ਕੇ ਜਲਾਦ ਨੇ ਗੁੱਟ ਦੇ ਉੱਤੇ ਟੱਪ ਮਾਰਿਆ ਨਾ, ਤਾਂ ਭਾਈ ਸਾਹਿਬ ਜੀ ਨੇ ਆਖਿਆ ਸੀ ਕਿ ਤੂੰ ਆਪਣੇ ਮਾਲਕ ਦਾ ਹੁਕਮ ਨਹੀਂ ਮੰਨ ਰਿਹਾ ਬਈ, ਸਾਡੀਆਂ ਉਂਗਲੀਆਂ ਦੇ ਬੰਦ ਛੱਡ ਦਿੱਤੇ ਆ ਤੂੰ। ਭਾਈ ਸਾਹਿਬ ਜੀ ਦਾ ਚਿੱਟਾ ਦੁੱਧ ਦਾੜਾ ਮੁਖ ਦੇ ਉੱਤੇ ਤੇ ਭਖਦਾ ਹੋਇਆ ਲਾਲ ਚਿਹਰਾ, ਡਲਕੂ ਡਲਕੂ ਕਰਦੀਆਂ ਅੱਖਾਂ ਜਿਨ੍ਹਾਂ ਵਿੱਚ ਨਾਮ ਦਾ ਨੂਰ ਹੈ, ਮਸਤਕ ਪ੍ਰਤਾਪ ਨਾਲ ਦਗ ਰਿਹਾ ਹੈ। ਤੇ ਜਲਾਦ ਦੇ ਹੱਥੋਂ ਟੋਕਾ ਡਿੱਗ ਗਿਆ ਸੀ, ਯਾ ਖੁਦਾਇਆ ਮੈਂ ਐਸੇ ਦਰਵੇਸ਼ ਨੂੰ ਨਹੀਂ ਮਾਰ ਸਕਦਾ। ਉਹਦਾ ਦਿਲ ਦਹਿਲ ਗਿਆ ਭਾਈ ਸਾਹਿਬ ਦਾ ਚਿਹਰਾ ਵੇਖ ਕਰਕੇ ਕਿ ਇੰਨੀ ਖੁਸ਼ੀ ਨਾਲ ਵੀ ਕੋਈ ਮਰਨਾ ਕਬੂਲ ਕਰ ਸਕਦਾ ਹੈ। ਉਸ ਜਲਾਦ ਨੂੰ ਕੈਦ ਪਾਇਆ। 2 ਸਕੇ ਭਰਾ ਸੀ, ਉਹਨਾਂ ਨੂੰ ਸਜ਼ਾਏ ਮੌਤ ਸੁਣਾਈ ਹੋਈ ਸੀ। ਉਹਨਾਂ ਦੀ ਸਜ਼ਾਏ ਮੌਤ ਮਾਫ ਕਰਕੇ ਤੇ ਭਾਈ ਸਾਹਿਬ ਦਾ ਬੰਦ ਕੱਟਣ ਲਈ ਉਹਨਾਂ ਨੂੰ ਮੁਕਰਰ ਕੀਤਾ ਗਿਆ। ਭਾਈ ਸਾਹਿਬ ਦਾ ਜਦੋਂ ਬੰਦ ਛਡਵਾਇਆ ਜਾਣ ਲੱਗਾ, ਉਦੋਂ ਭਾਈ ਸਾਹਿਬ ਜੀ ਨੇ ਸੁਖਮਨੀ ਸਾਹਿਬ ਜੀ ਦਾ ਪਾਠ ਆਰੰਭ ਕਰ ਦਿੱਤਾ। ਜਿੱਦਾਂ ਕੋਈ ਸਾਧ ਸੰਗਤ ਜੀ ਆਪਣੇ ਕੱਪੜੇ ਨੂੰ ਚਿਰਵਾ ਲਵੇ ਤੇ ਸਰੀਰ ਨੂੰ ਕੀ ਦੁੱਖ ਹੁੰਦਾ ਜਦੋਂ ਕੱਪੜਾ ਚੀਰਿਆ ਜਾਵੇ, ਇੱਦਾਂ ਸਤਿਗੁਰੂ ਜੀ ਨੇ ਨਾਮ ਦੀ ਬਖਸ਼ਿਸ਼ ਕੀਤੀ ਸੀ ਬਾਜਾਂ ਵਾਲੇ ਸਤਿਗੁਰਾਂ ਜੀ ਨੇ ਕਿ ਭਾਈ ਮਨੀ ਸਿੰਘ ਆਪਣੇ ਦੇਹ ਰੂਪੀ ਕੱਪੜੇ ਨੂੰ ਚਿਰਵਾ ਰਹੇ ਸੀ, ਪਰ ਅੰਦਰ ਆਤਮਾ ਨੂੰ ਕੋਈ ਦੁੱਖ ਨਹੀਂ। ਐਨ ਉਹ ਦੁੱਖ ਸੁੱਖ ਤੋਂ ਨਿਰਲੇਪ ਆਪਣੇ ਸ਼੍ਰੀ ਕੰਠ ਤੋਂ ਭਾਈ ਮਨੀ ਸਿੰਘ ਸਾਹਿਬ ਜੀ ਬਾਣੀ ਪੜ੍ਹ ਰਹੇ ਆ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸੁਖਮਨੀ ਸਾਹਿਬ ਦੀ ਬਾਣੀ, ਜਿਨ੍ਹਾਂ ਦੇ ਅੰਦਰ ਬਾਹਰ ਸੁਖ ਹੋ ਗਿਆ ਹੈ। ਤੇ ਸਾਧ ਸੰਗਤ ਜੀ ਭਾਈ ਮਨੀ ਸਿੰਘ ਸਾਹਿਬ ਜੀ ਦਾ ਇੱਕ ਇੱਕ ਬੰਦ ਛਡਵਾਇਆ ਗਿਆ। ਸੱਜੀ ਬਾਂਹ ਤੇ ਫਿਰ ਖੱਬੀ ਬਾਂਹ ਦੇ ਬੰਦ ਮੋਢੇ ਤੋਂ ਦੋਵੇਂ ਬਾਹਾਂ ਕੱਟ ਗਈਆਂ, ਪਰ ਸੀ ਤੇ ਹਾਏ ਨਹੀਂ ਕੀਤੀ।
फिर सज्जी लत्त दे बंद छड़वाए, फिर खब्बी लत्त दे बंद छड़वाए। लहू नाल लथपथ हो गया नखास चौंक। पर भाई साहब जी ऐन एक चित सुखमनी साहब का पाठ करी जा रहे है। भाई साहब जी का आखिर नूं गल भी कट दिता गया। जदों भाई साहब का गल कटिया है, टुकड़े टुकड़े करके भाई साहब के शरीर के टोकरे च पा दिते है, पर उन्हां टुकड़ियां दे विचों सुखमनी साहब का पाठ हो रहा है। सुखमनी साहब की सारी बाणी संपूर्ण उन्हां टुकड़ियां दे विचों होई। इउं भाई मनी सिंह साहब जी ने यह लासानी शहादत दी है। महाराज ने कहा ना, मीन पकर फांक्यो और काट्यो रांध कियो बहुबानी, खंड खंड कर भोजन कीनो तऊ न बिसरियो पानी। भाई साहब ने मच्छी की प्रीत नूं भी मात पा दी, टुकड़े टुकड़े हो गए, पर सुखमनी साहब की प्रीत नहीं छुटकी गुरु के सिख दे अंदरों। इहो जे सन साडे साध संगत जी। सचखंड श्री हरमंदर साहब जी के हैड ग्रंथी सिंह साहब भाई मनी सिंह साहब जी, अज भाई साहब का शहीदी दिहाड़ा है। भाई साहब की शहादत नूं कोट कोट प्रणाम है, जिन्हां ने हसदियां होयां इन्नी खुशी दे नाल शहादत का जाम पीता। गरीब नवाज सच्चे पातशाह जी अपने खालसे दे अंदर वो चाह बख्शिश करन, वो नाम का प्यार बख्शिश करन, तां जो खालसा अपनी उस विरासत नूं संभालदा होया ओहो जिहा ही संसार दे अंदर नमूना पेश कर सके। गरीब नवाज सच्चे पातशाह जी की बाणी नाल नाम नाल साध संगत जी ये शक्ति गुरसिखां दे अंदर प्रवेश करदी है। सच्चे पातशाह जी की धुर की बाणी की कथा लड़ीवार चल रही है। आओ प्यार नाल शरधा नाल महाराज की अमृत बाणी की कथा एकाग्र चित हो करके सरवण करिए। हजूर दे पवित्र चरनां दा ध्यान करते हुए आखो जी सतनाम श्री वाहे गुरु साहिब जी। सतनाम श्री वाहे गुरु साहिब जी। सतनाम श्री वाहे गुरु जी। महला पहला। पहले पातशाह धन गुरु नानक साहब जी महाराज बख्शिश करते हैं। साध संगत जी ये श्लोक कल आरंभ होया सीगा। सच्चे पातशाह जी महाराज नूं शेख ब्रह्म जी दे कोल रहिंदे फकीरां ने पुछया, महाराज रास वेख आईए। सतगुरां ने कहा कि रास तां परमेश्वर वल्लों आ सारा संसार ही रास ही पै रही है। इहदे विच महाराज ने घड़ियां दी संग्या जिहड़ी सी ना वो गोपियां ते ग्वाले बना करके फिर महाराज ने तत्तां दे गहणे दरसा करके सच्चे पातशाह जी ने दसिया कि चंद सूरज अवतार ये बलभद्र ते कृष्ण दे अवतार रूप विच रास ही पा रहे। जरा वेखो तो सही गाओ दे नाल। फिर महाराज कहंदे भाई सारी धरती दे अंदर जिहड़ा माल असबाब पदार्थ आदिक ने धन दे अंदर जियां दी बिरती लगी हुई है, इन्हां दे करके जिहड़े जंजाल पै रहे आ, बंधनां दे विच जीव जिहड़े वरत रहे आ, पात्र बन रहे आ विच ही ये रास दे अंदर। फिर सच्चे पातशाह जी महाराज ने कहा कि इहो जी रास पैंदी है। गरीब नवाज सच्चे पातशाह जी कहते हैं कि नाम तो विहूणे, वाहिगुरु जी के ज्ञान तो विहूणे सारे जीव लुटे जा रहे हैं इस रास दे अंदर। सच्चे पातशाह जी ने कहा नानक मुस्सै ज्ञान विहूणी खाए गया जम काल। अंत नूं उन्हां नूं फिर जिहड़ा जम है ना वो काल कर देण वाला जिहड़ा मौत लैके आउंदा है वो फिर अंत कर दिंदा है, खा जांदा है इस देह दे ताईं। केवल रास विच पात्र बन के ही ना महाराज कहंदे भाई रास दे विच नाटकी ढंग नाल जो कुछ हो रहा इहदे विच तुसीं पात्र बन के ना हरकत करो। वाहिगुरू दी पैंदी हुई रास नूं वख हो करके वेखना करो ते वाहिगुरू नूं जदों तुसीं जपोगे तां ही इस रास दे विचों वख हो सकोगे। ये सच्चे पातशाह जी महाराज सिक्ख्या दिती। फिर कहा शेख ब्रह्म ने महाराज इन्हां नूं कोई तां फल मिलदा ही होऊ ना,
महाराज सच्चे पातशाह फिर दस्या बई ये तां इन्हां दी हालत इहो जी हुंदी है कि वायन चेले नच्चन गुर, चेले साज बजाउंदे है, ये गुरु बने हुए बलभद्र कृष्ण वो नचदे अगे। फिर महाराज जी कहते कि पैर हिलायन फेरन सिर, पैरां नूं हिलाउंदे है, सिर नूं फेरदे है, ताल पूरी जांदे है। ते फिर महाराज जी कहते भाई जदों पैरां नूं धरती दे उत्ते थपक थपक मारदे है ते घट्टा उड उड के उन्हां दे उड उड रावा झाटा पाए, वेखै लोक हस्सा कर जाए। ਜਿਹੜੇ ਲੋਕ ਵੇਖ ਵੇਖ ਕੇ ਹੱਸਦੇ ਘਰਾਂ ਨੂੰ ਜਾਂਦੇ ਆ ਵੀ ਬੜਾ ਸੋਹਣਾ ਨਾਚ ਸੀਗਾ। ਤੇ ਫਿਰ ਮਹਾਰਾਜ ਸਾਹਿਬ ਜੀ ਨੇ ਇਹ ਬਾਹਰੀ ਅਰਥਾਂ ਤੋਂ ਸਾਰਾ ਦੱਸਿਆ ਕਿ ਉਹ ਸਮਾਂਗ ਬਣਾਉਂਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਦੀ ਕਲਿਆਣ ਹੁੰਦੀ ਹੈ। ਮਹਾਰਾਜ ਕਹਿੰਦੇ ਨਾ ਭਈ ਸ਼ੇਖ ਬ੍ਰਹਮ, ਕਲਿਆਣ ਤਾਂ ਇੱਕੋ ਇੱਕ ਵਾਹਿਗੁਰੂ ਦੇ ਨਾਮ ਜਪਣ ਨਾਲ ਹੁੰਦੀ ਹੈ, ਮੁਕਤੀ ਤਾਂ ਪਰਮੇਸ਼ਰ ਦੇ ਨਾਮ ਵਿੱਚ ਹੈ। ਫਿਰ ਕਹਿਣ ਲੱਗਾ ਮਹਾਰਾਜ ਅਸਲ ਇੰਨੀ ਸਰੀਰ ਦੀ ਮਿਹਨਤ ਕਰਦੇ ਆ, ਕਸ਼ਟ ਕਰਦੇ ਆ, ਤੇ ਕੋਈ ਮਹਾਰਾਜ ਇਹਨਾਂ ਨੂੰ ਫਲ ਤਾਂ ਮਿਲਦਾ ਹੀ ਹੋਊਗਾ। ਮਹਾਰਾਜ ਕਹਿੰਦੇ ਕਿ ਭੁਆਂਟਣੀਆਂ ਲੈਣ ਦਾ ਫਲ ਪੁੱਛਦੇ ਹੋ? ਹਾਂ ਮਹਾਰਾਜ ਇੰਨੀਆਂ ਭੁਆਂਟਣੀਆਂ ਲੈਂਦੇ ਆ। ਮਹਾਰਾਜ ਕਹਿੰਦੇ ਫਿਰ ਕੋਲੂ ਚਰਖਾ ਚੱਕੀ ਚੱਕ ਥੱਦ ਬਰੋਲੇ ਬਹੁਤ ਅਨੰਤ, ਲਾਟੂ ਮਧਾਣੀਆਂ ਅਨਗਾਹ ਪੰਖੀ ਭੌਂਦੀਆਂ ਲੈਣ ਨਾ ਸਾਹ। ਇਹ ਸਾਰੇ ਗਿਣੇ ਫਿਰ ਮਹਾਰਾਜ ਨੇ, ਸੂਏ ਚਾੜ ਭਵਾਈਆ ਜੰਤ ਨਾਨਕ ਪਾਉਂਦਿਆਂ ਗਣਤ ਨਾ ਅੰਤ। ਮਹਾਰਾਜ ਕਹਿੰਦੇ ਫਿਰ ਮੁਕਤ ਤਾਂ ਇਹ ਹੋਣੇ ਚਾਹੀਦੇ ਆ। ਕੋਲੂ ਚੱਕੀ ਜਿਹੜਾ ਚੱਕੀ ਹੈ, ਚਰਖਾ ਵੈ, ਚੱਕ ਵੈ ਘੁਮਿਆਰ ਦਾ, ਲਾਟੂ ਹੈ, ਮਧਾਣੀਆਂ ਨੇ, ਇਹ ਫਿਰ ਮੁਕਤ ਹੋਣੇ ਚਾਹੀਦੇ ਕਿਉਂਕਿ ਬਾਹਲਾ ਘੁੰਮਦੇ ਆ ਜ਼ਿਆਦਾ। ਇਹ ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਪਖੰਡ ਦਾ ਖੰਡਨ ਕੀਤਾ। ਮਹਾਰਾਜ ਕਹਿੰਦੇ ਕਿ ਇਹ ਕਦੇ ਤਾਂ ਗਾਵਨ ਸੀਤਾ ਰਾਜੇ ਰਾਮ, ਕਦੇ ਤਾਂ ਸੀਤਾ ਦਾ ਪ੍ਰਸੰਗ ਗਾਉਣ ਲੱਗ ਜਾਂਦੇ, ਕਦੇ ਦਸ਼ਰਥ ਦੇ ਪੁੱਤਰ ਜਿਹੜੇ ਸ਼੍ਰੀ ਰਾਮ ਚੰਦਰ ਜੀ ਹੋਏ ਉਹਨਾਂ ਦਾ ਪ੍ਰਸੰਗ ਗਾਉਣ ਲੱਗ ਜਾਂਦੇ ਆ। ਭੇਖ ਬਣਾ ਕੇ ਸਵਾਂਗ ਬਣਾ ਬਣਾ ਕੇ ਗਾਉਂਦੇ ਆ। ਤੇ ਸਾਧ ਸੰਗਤ ਜੀ ਕੱਲ ਜ਼ਿਕਰ ਆਇਆ ਸੀ ਨਾ ਕਿ ਵੇਖ ਲਓ ਉਹਨਾਂ ਦਾ ਆਪਣਾ ਆਚਰਣ ਕਿੱਦਾਂ ਦਾ ਹੁੰਦਾ ਹੈ। ਤੇ ਫਿਰ ਉਹ ਸਮਾਜ ਵਿੱਚ ਨਰਾਦਰੀ ਹੁੰਦੀ ਹੈ ਨਾ, ਉਹ ਜਿਸ ਗੁਰੂ ਦਾ ਜਿਸ ਅਵਤਾਰ ਦਾ ਭੇਖ ਬਣਾ ਕਰਕੇ ਉਹ ਪਾਤਰ ਬਣ ਕਰਕੇ ਤੇ ਉਹਦੇ ਮੁਖ ਤੋਂ ਹੋਈਆਂ ਗੱਲਾਂ, ਕਦੇ ਕੋਈ ਲਛਮਣ ਬਣ ਜਾਂਦਾ ਹੈ, ਕੋਈ ਭਰਤ ਬਣ ਜਾਂਦਾ ਹੈ। ਤੇ ਕਰਤੂਤ ਥੋੜ੍ਹਾ ਉਹਨਾਂ ਦੀ ਲਛਮਣ ਵਰਗੀ ਹੁੰਦੀ ਹੈ, ਭਰਤ ਵਰਗੀ ਜਾਂ ਸੀਤਾ ਵਰਗੀ ਜਾਂ ਰਾਮਚੰਦਰ ਵਰਗੀ ਥੋੜ੍ਹਾ ਹੁੰਦੀ ਹੈ। ਤੇ ਫਿਰ ਹਾਸੋਹੀਣੀ ਹੁੰਦੀ ਹੈ ਨਾ ਗੱਲ। ਤੇ ਇਸ ਤਰ੍ਹਾਂ ਸਾਧ ਸੰਗਤ ਜੀ ਜਦੋਂ ਰਾਮ ਲੀਲਾ ਜਾਂ ਇਸ ਪ੍ਰਕਾਰ ਕੋਈ ਮਹਾਂਭਾਰਤ ਦੇ ਜਿਹੜੇ ਇਹ ਨਾਟਕ ਬਣੇ ਹੋਏ ਆ, ਤੇ ਕਈ ਕਹਿੰਦੇ ਆ ਸਿੱਖ ਬਾਹਲੇ ਹੀ ਪਛੜੇ ਹੋਏ ਆ, ਇਹਨਾਂ ਨੂੰ ਅਕਲ ਨਹੀਂ ਹੈ। ਇਹਨਾਂ ਨੂੰ ਚਾਹੀਦਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਫਿਲਮ ਬਣਾ ਕੇ ਦੁਨੀਆ ਨੂੰ ਦੱਸਣ ਵੀ ਤੁਸੀਂ ਸੋਚਦੇ ਹੋ ਕਿ ਕੋਈ ਐਕਟਰ ਬਣੇ ਬਾਜਾਂ ਵਾਲੇ ਸਤਿਗੁਰੂ ਦਾ ਕੋਈ ਰੋਲ ਕਰ ਸਕਦਾ ਹੈ? ਸੱਚੇ ਪਾਤਸ਼ਾਹ ਜੀ ਮਹਾਰਾਜ ਵਰਗਾ ਕੋਈ ਬਣ ਸਕਦਾ ਹੈ? ਜੇ ਕੋਈ ਰੋਲ ਕਰ ਲਵੇ ਤੇ ਸਾਧ ਸੰਗਤ ਜੀ ਐਕਟਰ ਜਿਹੜਾ ਹੈ ਉਹਦੀ ਨਿੱਜੀ ਜ਼ਿੰਦਗੀ ਕਿਹੋ ਜਿਹੀ ਹੈ। ਤੇ ਸਿੱਖ ਕੌਮ ਕਦੇ ਵੀ ਕਿਸੇ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਰੂਪ ਵਿੱਚ ਨਾਟਕੀ ਤੌਰ ਤੇ ਵੀ ਬਰਦਾਸ਼ਤ ਨਹੀਂ ਕਰ ਸਕਦੀ, ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਹਨ। ਸਤਿਗੁਰੂ ਜੀ ਵਰਗਾ ਕੋਈ ਨਹੀਂ ਬਣ ਸਕਦਾ। ਤੇ ਇਸੇ ਕਰਕੇ ਹਾਸੋਹੀਣੀ ਗੱਲ ਮਹਾਰਾਜ ਦੱਸਦੇ ਆ ਵੀ ਉਹ ਬੰਦੇ ਨੂੰ ਹੀ ਸੀਤਾ ਬਣਾਇਆ ਹੁੰਦਾ ਹੈ ਤੇ ਫਿਰ ਉਹੋ ਹੀ ਸਿਗਟਾਂ ਪੀ ਰਿਹਾ ਹੁੰਦਾ ਹੈ। ਦੱਸੋ ਜਦੋਂ ਨਾਟਕ ਪੂਰਾ ਕਰ ਲੈਂਦੇ ਫਿਰ ਉਹ ਸਾਧ ਸੰਗਤ ਜੀ ਬਦ ਫੈਲੀਆਂ ਕੋ ਕਰਮ ਕਰਦੇ ਆ। ਪਰ ਵੇਖੋ ਇਹ ਸਾਡੀ ਬਦਕਿਸਮਤੀ ਹੈ ਕਿ ਕਾਰਟੂਨਾਂ ਦੀ ਵੀ ਜੇ ਸਾਨੂੰ ਪੁੱਛੋ ਤਾਂ ਇਹ ਇਜਾਜ਼ਤ ਨਹੀਂ ਹੋਣੀ ਚਾਹੀਦੀ ਕਿ ਗੁਰੂ ਸਾਹਿਬਾਂ ਦੇ ਕਾਰਟੂਨ ਵੀ ਬਣਨ ਜਾਂ ਗੁਰੂ ਕੇ ਖਾਲਸੇ ਦੇ ਸਿੰਘਾਂ ਦੇ ਕਾਰਟੂਨ ਬਣਨ। ਇਹ ਕੋਈ ਕਾਰਟੂਨ ਸਾਧ ਸੰਗਤ ਜੀ ਉਹ ਵੀ ਸਤਿਕਾਰ ਵਾਲੀ ਕੋਈ ਗੱਲ ਥੋੜੋ ਹੈ। ਤੇ ਇਹ ਤਾਂ ਚਾਹੁੰਦੇ ਆ ਕਿ ਸਾਨੂੰ ਇਹ ਜਿਹੜਾ ਨਾ ਸਿੱਖ ਅਦਾਰਿਆਂ ਵੱਲੋਂ ਆਗਿਆ ਮਿਲੇ ਤੇ ਅਸੀਂ ਕੋਈ ਜਿਹੜਾ ਨਾ ਕਿਸੇ ਔਰਤ ਕੋਲੋਂ ਮਾਤਾ ਗੁਜਰ ਕੌਰ ਜੀ ਦਾ ਪਾਤਰ ਬਣਾ ਕੇ ਰੌਲ ਕਰਾਉਣਗੇ ਤੇ ਕਿਵੇਂ ਸਿੱਖ ਕੌਮ ਬਰਦਾਸ਼ਤ ਕਰੇਗੀ? ਗੁਰੂ ਨਾਨਕ ਸਾਹਿਬ ਜੀ ਦੀ ਫਿਲਮ ਬਣਾਉਣ ਨੂੰ ਆ ਨਾਨਕ ਸ਼ਾਹ ਫਕੀਰ ਪਤਾ ਨਹੀਂ ਕੌਣ ਸੀਗੇ ਤੇ ਪਤਾ ਨਹੀਂ ਇਜਾਜ਼ਤ ਵੀ ਕੌਣ ਦੇ ਦਿੰਦੇ ਆ। ਅਸਲ 'ਚ ਬਦਕਿਸਮਤੀ ਤਾਂ ਇਹ ਹੈ ਜਿਨ੍ਹਾਂ ਨੂੰ ਸਿੱਖੀ ਦਾ ਗਿਆਨ ਨਹੀਂ, ਉਹ ਸਿੱਖੀ ਅਦਾਰਿਆਂ ਦੇ ਪ੍ਰਬੰਧਕ ਬਣ ਜਾਂਦੇ ਆ।
ਤੇ ਫਿਰ ਸਾਧ ਸੰਗਤ ਜੀ ਉਹ ਇਜਾਜ਼ਤ ਦੇ ਦਿੰਦੇ ਆ। ਗੱਲ ਤਾਂ ਇਹ ਹੈ ਕਿ ਜਿਨ੍ਹਾਂ ਨੂੰ ਧਰਮ ਦੀ ਵਿਵਸਥਾ ਪਤਾ ਹੈ ਉਹਨਾਂ ਦੇ ਹੱਥਾਂ ਵਿੱਚ ਹੀ ਗੁਰੂ ਘਰਾਂ ਦਾ ਪ੍ਰਬੰਧ ਚਾਹੀਦਾ ਹੈ, ਕਿਉਂਕਿ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਜਾਂ ਸਤਿਗੁਰੂ ਜੀ ਦੇ ਪਰਿਵਾਰ ਇਹ ਕੋਈ ਪਾਤਰ ਥੋੜ੍ਹੋ ਬਣ ਸਕਦਾ ਹੈ। ਸਾਡੀਆਂ ਮਾਤਾਵਾਂ ਦਾ ਕੌਣ ਰੋਲ ਕਰ ਸਕਦਾ? ਕਦੇ ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ ਇਸ ਗੱਲ ਨੂੰ। ਕੁਝੀਆਂ ਹਰਕਤਾਂ ਤਾਂ ਕਰਦੇ ਆ ਸਾਧ ਸੰਗਤ ਜੀ, ਤੇ ਉਹ YouTube ਤੇ ਪਈਆਂ ਹੋਈਆਂ, ਜੇ ਰਿਲੀਜ਼ ਨਹੀਂ ਕਰਨ ਦਿੱਤੀਆਂ ਤੇ ਉਹਨਾਂ YouTube ਤੇ ਪਾ ਕੱਢੀਆਂ ਨੇ। ਇਸਲਾਮ ਨੇ ਮੁਹੰਮਦ ਸਾਹਿਬ ਦੀ ਅਜੇ ਤੱਕ ਤਸਵੀਰ ਨਹੀਂ ਬਣਾ ਕੇ ਦੱਸੀ ਹੈ। ਇਹ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੇ ਬਾਬਤ ਕਿਸੇ ਪ੍ਰਕਾਰ ਦੀ ਕੋਈ ਫਿਲਮਾਂਕਣ ਕਰਨਾ, ਇਹ ਜਿਹੜਾ ਸਿੱਖ ਕੌਮ ਨੂੰ ਪਛੜਿਆ ਹੋਇਆ ਸਮਝਦੇ ਆ। ਪਰ ਸਾਧ ਸੰਗਤ ਜੀ ਸ਼ਬਦ ਦੀ ਰੌਸ਼ਨੀ ਵਿੱਚ ਪਛੜਿਆ ਹੋਇਆ ਵਿਚਾਰ ਨਹੀਂ, ਇਹ ਬੜਾ ਵਿਕਸਿਤ ਵਿਚਾਰ ਹੈ, ਕਿਉਂਕਿ ਗੁਰੂ ਸਾਹਿਬ ਸ਼ਬਦ ਰੂਪ ਨੇ, ਬ੍ਰਹਮ ਰੂਪ ਨੇ, ਨਿਰੰਕਾਰ ਰੂਪ ਨੇ, ਤੇ ਸਤਿਗੁਰੂ ਜੀ ਦਾ ਕੋਈ ਰੋਲ ਨਹੀਂ ਕਰ ਸਕਦਾ, ਕੋਈ ਮਨੁੱਖ ਨਹੀਂ ਮਹਾਰਾਜ ਜੀ ਦਾ ਰੋਲ ਕਰ ਸਕਦਾ। ਜਿਹੜੇ ਕੌਮ ਦੇ ਅੰਦਰ ਗੁਰੂ ਜੀ ਦੇ ਗਿਆਨ ਨਾਲ ਭਰਪੂਰ ਰੂਹਾਂ ਨੇ, ਉਹ ਇਸ ਗੱਲ ਨੂੰ ਨਹੀਂ ਗਵਾਰਾ ਕਰਦੀਆਂ, ਨਹੀਂ ਬਰਦਾਸ਼ਤ ਕਰਦੀਆਂ। ਤੋ ਸਤਿਗੁਰੂ ਜੀ ਜੋ ਬਖਸ਼ਿਸ਼ ਕੀਤੀ ਹੈ, ਅੱਜ ਇਸ ਸ਼ਲੋਕ ਦੇ ਅੰਤਰੀਵ ਅਰਥ ਚੱਲਣੇ ਹਨ। ਆਪ ਜੀ ਪਿਆਰ ਨਾਲ ਸੁਣੋ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਆ। ਬਾਹਰੀ ਅਰਥ ਨਹੀਂ ਹੋਣਗੇ ਹੁਣ, ਕਿਉਂਕਿ ਸਮਾਂ ਕੱਲ ਹੋ ਚੁੱਕੇ। ਬਾਹਰੀ ਅਰਥ ਅੱਜ ਅੰਤਰੀਵ ਹੀ ਚੱਲਣਗੇ ਤੇ ਪੌੜੀ ਪੜ੍ਹ ਕੇ ਆਪਾਂ ਫਿਰ ਸਮਾਪਤੀ ਕਰਾਂਗੇ। ਵਾਇਨ ਚੇਲੇ ਨੱਚਨ ਗੁਰ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ, ਜਿਨ੍ਹਾਂ ਦਾ ਮਨ ਰੂਪੀ ਚੇਲਾ ਨੱਚਦਾ ਹੈ ਨਾ, ਇਹ ਹੁਣ ਅੱਗੇ ਪਿੱਛੇ ਕਰਕੇ ਅਰਥ ਹੋਣਗੇ ਅਨਵੇਂ ਕਰਕੇ ਸਾਧ ਸੰਗਤ ਜੀ। ਵਾਇਨ ਚੇਲੇ ਨੱਚਨ ਗੁਰ, ਤੇ ਇੱਥੇ ਹੁਣ ਅਰਥ ਪਹਿਲਾਂ ਹੋਣਾ ਚੇਲੇ ਨੱਚਨ। ਚੇਲੇ ਕੌਣ ਹੈ? ਚੇਲਾ ਇਹ ਸਾਧ ਸੰਗਤ ਜੀ ਜਿਨ੍ਹਾਂ ਦਾ ਮਨ ਰੂਪੀ ਚੇਲਾ ਸੰਕਲਪਾਂ ਵਿਕਲਪਾਂ ਵਿੱਚ ਨੱਚਦਾ ਹੈ, ਮਾਇਆ ਦੇ ਵਿੱਚ ਨਾਚ ਨੱਚਦਾ ਹੈ, ਪਦਾਰਥਾਂ ਵਿੱਚ ਨਾਚ ਨੱਚਦਾ ਹੈ। ਵਾਇਨ ਗੁਰ, ਗੁਰੂ ਸਾਹਿਬ ਉਹਨੂੰ ਵਾਇਨ ਵਰਜਦੇ ਹੈ ਕਿ ਤੂੰ ਆਪਣੇ ਮਨ ਨੂੰ ਰੋਕ, ਪਦਾਰਥਾਂ 'ਚ ਨਾ ਨੱਚਣ ਦੇ, ਵਿਸ਼ਿਆਂ ਵਿਕਾਰਾਂ 'ਚ ਆਪਣੇ ਮਨ ਨੂੰ ਨੱਚਣ ਤੋਂ ਰੋਕ ਲੈ। ਸਤਿਗੁਰੂ ਜੀ ਤੇ ਸਮੇਂ ਵਾਇਨ ਰੋਕਦੇ ਆ ਜਿਨ੍ਹਾਂ ਦਾ ਮਨ ਰੂਪੀ ਚੇਲਾ ਵਿਕਾਰਾਂ ਦੇ ਅੰਦਰ ਵਿਸ਼ਿਆਂ ਦੇ ਵਿੱਚ ਨੱਚਦਾ ਹੈ। ਪੈਰ ਹਲਾਇਨ ਫੇਰਨ ਸਿਰ। ਸਤਿਗੁਰੂ ਜੀ ਦੇ ਰੋਕਣ ਦੇ ਬਾਵਜੂਦ ਵੀ ਪੈਰ ਹਲਾਇਨ, ਉਹਦੇ ਸੰਕਲਪ ਵਿਕਲਪ ਰੂਪੀ ਪੈਰ ਵਿਸ਼ਿਆਂ ਵਿੱਚ ਹਿੱਲ ਜਾਣ। ਮਹਾਰਾਜ ਨੇ ਰੋਕਿਆ ਨਾ ਕਿ ਪਰਾਈ ਇਸਤਰੀ ਵੱਡੀ ਹੈ ਤੇ ਮਾਤਾ ਜਾਣੋ, ਬਰਾਬਰ ਦੀ ਹੈ ਤੇ ਭੈਣ ਜਾਣੋ, ਛੋਟੀ ਹੈ ਤਾਂ ਉਹਨੂੰ ਆਪਣੀਆਂ ਧੀਆਂ ਵਾਂਗੂ ਜਾਣੋ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣੈ। ਪਰ ਜੇ ਕਰਕੇ ਪੈਰ ਹਲਾਇਨ, ਫਿਰ ਵੀ ਸੰਕਲਪ ਵਿਕਲਪ ਰੂਪੀ ਪੈਰ ਹਿੱਲ ਜਾਵੇ ਵਿਸ਼ਿਆਂ ਵਿਕਾਰਾਂ ਦੇ ਅੰਦਰ, ਤੇ ਫਿਰ ਫੇਰਨ ਸਿਰ। ਮਹਾਰਾਜ ਸਿਰ ਫੇਰ ਦਿੰਦੇ ਆ ਵੀ ਹੁਣ ਤੇਰੀ ਮੁਕਤ ਨਹੀਂ ਹੋਣੀ। ਵੀ ਕੀ ਕਰੀਏ, ਤੈਨੂੰ ਵਾਇਨ ਵਰਜਿਆ ਸੀਗਾ ਵੀ ਵਿਕਾਰ ਭੋਗਣੇ ਛੱਡ ਦੇ, ਤੇ ਜਦੋਂ ਫਿਰ ਵੀ ਤੂੰ ਆਪਣੇ ਸੰਕਲਪ ਵਿਕਲਪ ਰੂਪੀ ਪੈਰ ਵਿਸ਼ਿਆਂ ਦੇ ਵਿੱਚ ਹਿਲਾਉਣਾ ਹੈ, ਵਿਸ਼ੇ ਭੋਗਣ ਵਿੱਚ ਲੱਗਦਾ ਹੈ, ਫਿਰ ਮਹਾਰਾਜ ਫੇਰਨ ਸਿਰ ਫੇਰ ਦਿੰਦੇ ਆ ਵੀ ਹੁਣ ਤੇਰੇ ਜੋਗੀ ਥਾਂ ਨਹੀਂ ਸਾਡੇ ਕੋਲ ਰਹਿ ਗਈ। ਮਹਾਰਾਜ ਨੇ ਕਿਹਾ ਨਾ ਕਿ ਭਈ ਰਹਿਤ ਪਿਆਰੀ ਮੁਝ ਕੋ, ਸਿੱਖ ਪਿਆਰਾ ਨਾਹੇ, ਮਮ ਰਹਿਤ ਪਿਆਰੀ ਆਹੇ। ਰਹਿਤ ਬਿਨਾ ਨਹਿ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ। ਇਹ ਮਹਾਰਾਜ ਜੀ ਨੇ ਆਗਿਆ ਕੀਤੀ। ਜਦੋਂ ਫਿਰ ਸਿੱਖ ਫਿਰ ਵੀ ਜਾ ਡਿੱਗਦਾ ਨਾ, ਤਾਂ ਮਹਾਰਾਜ ਫਿਰ ਸਿਰ ਫੇਰ ਦਿੰਦੇ ਵੀ ਹੁਣ ਤੇਰੀ ਮੁਕਤ ਨਹੀਂ ਹੋਵੇਗੀ। ਉੱਡ ਉਡਰਾਵਾ ਝਾਟਾ ਪਾਏ। ਫਿਰ ਇਹੋ ਜਿਹੇ ਲੋਕਾਂ ਦੀ ਕੀ ਹਾਲਤ ਹੁੰਦੀ ਜਿਹੜੇ ਵਿਸ਼ੇ ਵਿਕਾਰ ਭੋਗਦੇ ਐ। ਲਾਹਨਤਾ ਰੂਪੀ ਘੱਟਾ ਹੀ ਸਾਧ ਸੰਗਤ ਜੀ ਉੱਡ ਉੱਡ ਕੇ ਸਿਰ 'ਚ ਪੈਂਦਾ ਹੈ। ਲੋਕ ਲਾਹਨਤਾਂ ਹੀ ਪਾਉਂਦੇ ਆ, ਨਿਕੰਮਾ ਹੈ, ਵਕਾਰੀ ਹੈ, ਕੁਕਰਮੀ ਹੈ। ਲਾਹਨਤਾਂ ਦੀ ਮਿੱਟੀ ਉੱਡ ਉੱਡ ਕੇ ਸਿਰ ਤੇ ਪੈਂਦੀ ਆ। ਵੇਖਾ ਲੋਕ ਹਸਾ ਘਰ ਜਾਏ। ਸਾਧ ਸੰਗਤ ਜੀ ਇਸ ਪਰ ਕਿ ਇਹੋ ਜਿਹੇ ਲੋਕਾਂ ਨੂੰ ਵੇਖ ਵੇਖ ਕਰਕੇ ਕਈ ਹੱਸਦੇ ਆ। ਵੇਖੋ ਕਈ ਕਿਉਂ ਫਿਰ ਜਿਹੜੇ ਸਦ ਗਤੀ ਨੂੰ ਪ੍ਰਾਪਤ ਹੁੰਦੇ ਆ, ਕੋਈ ਸਦ ਵਿਚਾਰ ਵਾਲੇ ਹੁੰਦੇ ਆ, ਉਹ ਵੇਖ ਵੇਖ ਕਰਕੇ ਹੱਸਦੇ ਆ ਤੇ ਆਪਣੇ ਸਰੂਪ ਰੂਪੀ ਘਰ ਨੂੰ ਜਾਂਦੇ ਆ।
ਕਿ ਵੇਖੋ ਇਹ ਵਿਕਾਰਾਂ 'ਚ ਹੀ ਜਿਹੜਾ ਉਹ ਲੱਗਾ ਹੋਇਆ, ਇਸੇ ਪ੍ਰਕਾਰ ਹੀ ਵੇਖਿਆ। ਵੇਖਾ ਲੋਕ ਹਸਾ ਘਰ ਜਾਏ। ਲੋਕ ਤੋਂ ਇਥੋਂ ਲੈਣਾ ਲੋ ਤੋਂ ਕੀ ਪ੍ਰਕਾਸ਼, ਜਿਹੜੇ ਪ੍ਰਕਾਸ਼ ਸਰੂਪ ਪਰਮੇਸ਼ਰ ਨੂੰ ਵੇਖ ਲੈਂਦੇ ਨਾ ਅੰਗ ਸੰਗ, ਵੇਖੈ ਲੋਕ ਭਾਵ ਪ੍ਰਕਾਸ਼ ਨੂੰ ਜਿਹੜੇ ਵੇਖ ਲੈਂਦੇ ਆ ਨਾ, ਉਹ ਹੱਸ ਪੈਂਦੇ, ਅੰਦਰੋਂ ਖਿੜ ਜਾਂਦੇ ਆ, ਖੁਸ਼ ਹੋ ਜਾਂਦੇ ਆ। ਵੇਖੈ ਲੋਕ ਹੱਸੈ ਘਰ ਜਾਏ। ਫਿਰ ਸਾਧ ਸੰਗਤ ਜੀ ਆਪਣੇ ਸਰੂਪ ਰੂਪੀ ਘਰ ਨੂੰ ਉਹ ਜਾਂਦੇ ਆ, ਆਪਣੀ ਅਸਲੀ ਘਰ ਨੂੰ ਤੁਰ ਜਾਂਦੇ ਆ, ਸੱਚਖੰਡ ਨੂੰ ਚਲੇ ਜਾਂਦੇ ਆ, ਇਸ ਜੀਵਨ ਨੂੰ ਸਫਲਿਆਂ ਕਰਕੇ। ਰੋਟੀਆ ਕਾਰਨ ਪੂਰਹਿ ਤਾਲ। ਇਹ ਅੰਤਰੀਵ ਅਰਥ ਇਹ ਹੋਣਾ, ਜਿਹੜੀਆਂ ਮੁਕਤੀ ਰੂਪੀ ਰੋਟੀਆਂ ਨਾ, ਉਹਦੇ ਵਾਸਤੇ ਜਿਹੜਾ ਨਾਮ ਜਪਣ ਰੂਪੀ ਤਾਲ ਪੂਰਦੇ ਆ ਕਿ ਮਹਾਰਾਜ ਸਾਡੀ ਤਾਂ ਇੱਕੋ ਇੱਕ ਉਪਜੀਵਕਾ ਇਹੀ ਹੈ ਕਿ ਸਾਨੂੰ ਮਹਾਰਾਜ ਆਪ ਜੀ ਦਾ ਪ੍ਰੇਮ ਲੱਗ ਜਾਵੇ। ਪ੍ਰੇਮ ਰੂਪੀ ਰੋਟੀਆਂ ਪ੍ਰਾਪਤ ਕਰਨ ਵਾਸਤੇ ਤੇ ਉਹ ਤਾਲ ਪੂਰਦੇ ਹੈ ਨਾਮ ਦੇ ਜਪਣ ਦਾ, ਕੀਰਤਨ ਦੇ ਸੁਣਨ ਦਾ, ਕਥਾ ਦੇ ਸੁਣਨ ਦਾ। ਜਦੋਂ ਤਾਲ ਪੂਰਦੇ ਆ ਆਪ ਪਛਾੜਹਿ ਧਰਤੀ ਨਾਲ। ਉਹ ਸਾਧ ਸੰਗਤ ਜੀ ਆਪਾ ਭਾਵ ਜਿਹੜਾ ਹੰਕਾਰ ਹੈ ਨਾ, ਉਹਨੂੰ ਅੰਦਰੋਂ ਪਟਕਾ ਹੀ ਛਿੱਟਦੇ ਆ, ਪਛਾੜ ਕੇ ਸਿੱਟ ਦਿੰਦੇ ਅੰਦਰੋਂ ਹੰਕਾਰ ਨੂੰ, ਤੇ ਧਰਤੀ ਨਾਲ ਜਾਣਦੇ ਆ ਕਿ ਬੁੱਧੀ ਰੂਪੀ ਧਰਤੀ ਦੇ ਨਾਲ ਹੀ ਹੈ ਹਰ ਵੇਲੇ ਪਰਮੇਸ਼ਰ। ਸਭ ਤੋਂ ਬੁੱਧੀ ਦੇ ਨੇੜੇ ਪਰਮੇਸ਼ਰ ਹੀ ਵਸਦਾ ਹੈ। ਉਹਨਾਂ ਨੂੰ ਫਿਰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ, ਹੰਕਾਰ ਨੂੰ ਪਛਾੜ ਕੇ ਪਟਕਾ ਕੇ ਸਿੱਟ ਦਿੰਦੇ ਆ। ਗਾਵਨ ਗੋਪੀਆ ਗਾਵਨ ਕਾਨ। ਉਹਨਾਂ ਦੀਆਂ ਇੰਦਰੀਆਂ ਰੂਪੀ ਗੋਪੀਆਂ ਵੀ ਵਾਹਿਗੁਰੂ ਨੂੰ ਗਾਉਂਦੀਆਂ ਨੇ, ਤੇ ਉਹਨਾਂ ਦਾ ਸਾਧ ਸੰਗਤ ਜੀ ਮਨ ਰੂਪੀ ਕਾਨ ਵੀ ਵਾਹਿਗੁਰੂ ਨੂੰ ਹੀ ਗਾਉਂਦਾ ਹੈ। ਮਨ ਵੀ ਉਹਨਾਂ ਦਾ ਗਾਇਨ ਕਰਦਾ ਪਰਮੇਸ਼ਰ ਦਾ ਨਾਮ, ਤੇ ਉਹਨਾਂ ਦੀਆਂ ਇੰਦਰੀਆਂ ਵੀ ਭਜਨ ਕਰਦੀਆਂ ਨੇ। ਗਾਵਨ ਸੀਤਾ ਰਾਜੇ ਰਾਮ। ਇਸ ਪ੍ਰਕਾਰ ਜਿਹੜਾ ਰਾਜੇ ਰਾਮ, ਜੋ ਰਮਿਆ ਹੋਇਆ ਰਾਮ ਹੈ, ਰਾਜੇ ਕੀ ਪ੍ਰਕਾਸ਼ ਸਰੂਪ, ਜਿਹੜੇ ਉਹਦੇ ਨਾਮ ਨੂੰ ਗਾਉਂਦੇ ਆ ਨਾ, ਉਹਨਾਂ ਦਾ ਨਾਮ ਫਿਰ ਮਹਾਰਾਜ ਕਹਿੰਦੇ ਨੇ ਉਹਨਾਂ ਦਾ ਜਿਹੜਾ ਮਨ ਹੈ ਨਾਮ ਦੇ ਅੰਦਰ ਸੀਤਾ ਕੀ ਸੀਤਾ ਜਾਂਦਾ ਹੈ। ਜਿਵੇਂ ਸੂਈ ਧਾਗੇ ਨਾਲ ਨਹੀਂ ਸੀਵੀਂਦਾ, ਇਉਂ ਜਿਹੜਾ ਹੈ ਸੂਈ ਧਾਗਾ ਇਹ ਗੰਢਣ ਦਾ ਕੰਮ ਕਰਦਾ ਹੈ ਨਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਨਾਮ ਦੇ ਨਾਲ ਉਹਨਾਂ ਦਾ ਮਨ, ਜਿਹੜਾ ਮਨ ਰੂਪੀ ਵਸਤਰ ਜਿਹੜਾ ਉਹ ਫਿਰ ਸਿਉਤਾ ਜਾਂਦਾ, ਜਿਹੜੇ ਪ੍ਰਕਾਸ਼ ਸਰੂਪ ਰਾਮ ਦਾ ਨਾਮ ਜਪਦੇ ਆ। ਨਿਰਭਉ ਨਿਰੰਕਾਰ ਸਚ ਨਾਮ। ਸੱਚਾ ਨਾਮ ਜੋ ਪਰਮੇਸ਼ਰ ਦਾ, ਸਤਿਗੁਰੂ ਜੀ ਕਹਿੰਦੇ ਭਾਈ ਉਹੋ ਹੀ ਇੱਕ ਨਿਰਭਉ ਕਰਨ ਵਾਲਾ ਹੈ। ਗਰੀਬ ਨਵਾਜ ਕਹਿੰਦੇ ਜੋ ਮਾਇਕੀ ਆਕਾਰਾਂ ਤੋਂ ਰਹਿਤ ਹੈ ਪਰਮੇਸ਼ਰ, ਉਹ ਆਪ ਡਰ ਤੋਂ ਰਹਿਤ ਹੈ, ਕਿਉਂਕਿ ਸਗਲੇ ਸਮੱਗਰੀ ਡਰਹਿ ਵਿਆਪੀ, ਬਿਨ ਡਰ ਕਰਣੈ ਹਾਰਾ। ਸਾਰੀ ਸਮੱਗਰੀ ਡਰ 'ਚ ਹੀ ਸਾਰੀ ਸ੍ਰਿਸ਼ਟੀ ਵਿਆਪ ਰਹੀ ਹੈ। ਮਹਾਰਾਜ ਕਹਿੰਦੇ ਉਹਦਾ ਨਾਮ ਹੀ ਡਰ ਤੋਂ ਰਹਿਤ ਕਰਨ ਵਾਲਾ ਸੱਚਾ ਨਾਮ ਹੈ। ਜਾ ਕਾ ਕੀਆ ਸਗਲ ਜਹਾਨ। ਜਿਸ ਪਰਮੇਸ਼ਰ ਦਾ ਇਹ ਕੀਤਾ ਹੋਇਆ ਸਾਰਾ ਜਹਾਨ, ਉਹਦੇ ਵਿੱਚ ਹੀ ਅਧਿਆਸਤ ਰੂਪ ਹੈ, ਇਹ ਕਲਪਤ ਰੂਪ ਹੈ ਸਾਰਾ ਹੀ ਸੰਸਾਰ। ਸੇਵਕ ਸੇਵਾਹੇ ਕਰਮ ਚੜਾਓ। ਜਿਹੜੇ ਟਹਿਲੀਏ ਬਣ ਕੇ ਟਹਿਲ ਕਰਦੇ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ, ਉਹਨਾਂ ਦੀ ਸੁਰਤ ਦਾ ਸਾਧ ਸੰਗਤ ਜੀ ਫਿਰ ਚੜਾਓ ਦਸਮ ਦਵਾਰ ਵਿੱਚ ਹੁੰਦਾ ਹੈ, ਅਥਵਾ ਉਹਨਾਂ ਦੇ ਕਰਮ ਚੜਾਓ ਮੱਥੇ ਦੇ ਉੱਤੇ ਮਹਾਰਾਜ ਜੀ ਕਰਮਾਂ ਦਾ ਚੜਾਓ ਕਰਦੇ ਆ, ਸ਼ੁਭ ਲੇਖ ਪਾ ਦਿੰਦੇ ਆ। ਨਾਮ ਦੇ ਜਪਣ ਦਾ, ਵਾਹਿਗੁਰੂ ਦੀ ਪ੍ਰਾਪਤੀ ਦਾ ਲੇਖ ਪਿਆ ਜਾਂਦਾ ਹੈ ਜਿਹੜੇ ਟਹਿਲ ਕਰਦੇ ਆ ਸੇਵਕ ਬਣ ਕੇ। ਭਿੰਨੀ ਰੈਣ ਜਿਨ੍ਹਾਂ ਮਨ ਚਾਓ। ਜਿਨ੍ਹਾਂ ਦੇ ਮਨ ਦੇ ਅੰਦਰ ਚਾਅ ਹੈ ਨਾ ਵਾਹਿਗੁਰੂ ਨੂੰ ਮਿਲਣ ਦਾ, ਪਹਿਲਾਂ ਬਾਹਰੀ ਅਰਥ ਸੁਣਿਆ ਸੀ ਰਾਤ ਭਿੱਜ ਜਾਂਦੀ, ਫਿਰ ਉਹਨਾਂ ਦੀ ਉਮਰਾ ਰੂਪੀ ਰਾਤ ਜਿਹੜੀ ਹੈ ਨਾ, ਅਵਸਥਾ ਰੂਪੀ ਰਾਤ, ਇਹ ਸਾਧ ਸੰਗਤ ਜੀ ਪ੍ਰੇਮ ਦੇ ਅੰਦਰ ਭਿੱਜ ਜਾਂਦੀ ਹੈ। ਵਿਰਾਗ ਦਾ ਚੰਦਰਮਾ ਚੜ ਜਾਂਦਾ ਹੈ, ਸ਼ੁਭ ਗੁਣਾ ਰੂਪੀ ਤਾਰੇ ਟਿਮਟਮਾਉਣ ਲੱਗ ਜਾਂਦੇ ਹੈ, ਤੇ ਫਿਰ ਸਾਧ ਸੰਗਤ ਜੀ ਆਤਮਕ ਆਨੰਦ ਦਾ ਰਸ ਜਿਹੜਾ ਨਾ ਝਰਨ ਲੱਗ ਪੈਂਦਾ ਹੈ। ਇਹੋ ਜੀ ਉਹਨਾਂ ਦੀ ਭਿੰਨੀ ਰੈਣੜੀਏ, ਜਿਵੇਂ ਵਾਕ ਆਏ ਸੀ ਨਾ, ਚਮਕਨ ਤਾਰੇ ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ। ਇਹੋ ਜੀ ਉਹਨਾਂ ਦੀ ਉਮਰਾ ਰੂਪੀ ਰਾਤ ਜਿਹੜੀ ਹੈ ਨਾ, ਅਵਸਥਾ ਰੂਪੀ ਰਾਤ ਪ੍ਰੇਮ ਦੇ ਅੰਦਰ ਭਿੱਜ ਜਾਂਦੀ ਹੈ। ਜਿਨ੍ਹਾਂ ਦੇ ਮਨ ਦੇ ਅੰਦਰ ਚਾਅ ਹੈ ਵਾਹਿਗੁਰੂ ਨੂੰ ਮਿਲਣ ਦਾ, ਉਹ ਕਦੋਂ ਫਿਰ ਆਰਾਮ ਕਰਕੇ ਬਹਿੰਦੇ ਆ, ਸੇਵਾ ਕਰਦੇ ਆ, ਸਿਮਰਨ ਕਰਦੇ ਆ, ਮਿੱਠਾ ਬੋਲਦੇ, ਉਪਕਾਰ ਕਰਦੇ ਆ, ਬੜਾ ਹੀ ਆਪਣੇ ਤਨ ਤੋਂ ਲਾਹਾ ਲੈਂਦੇ ਆ। ਵਾਹਿਗੁਰੂ ਜੀ ਦੇ ਵਿੱਚ ਉਹਨਾਂ ਦਾ ਇਹੋ ਜਿਹਾ ਪਿਆਰ ਲੱਗ ਜਾਂਦਾ ਹੈ
ਕਿ ਉਹਨਾਂ ਦੀ ਅਵਸਥਾ ਰੂਪੀ ਰਾਤਰੀ ਪ੍ਰੇਮ ਰਸ ਨਾਲ ਭਿੱਜ ਜਾਂਦੀ ਆ। ਸਿੱਖੀ ਸਿੱਖਿਆ ਗੁਰ ਵਿਚਾਰ, ਜਿਹੜੀ ਸਤਿਗੁਰੂ ਜੀ ਦੀ ਸਿੱਖਿਆ ਦਾ ਵਿਚਾਰ ਕਰਨਾ, ਮਹਾਰਾਜ ਜੀ ਦੇ ਉਪਦੇਸ਼ ਦੀ ਵਿਚਾਰ ਕਰਨੀ, ਇਹੀ ਸਿੱਖੀ ਹੈ। ਜਿਹੜੇ ਅੱਗੋਂ ਸਾਧ ਸੰਗਤ ਜੀ ਟੁਜਰਾਂ ਡਾਉਣੀਆਂ, ਇਹ ਸਿੱਖੀ ਨਹੀਂ ਹੈ। ਮਹਾਰਾਜ ਜੀ ਦੇ ਹੁਕਮ ਵਿੱਚ, ਸਤਿਗੁਰੂ ਦੀ ਆਗਿਆ ਵਿੱਚ ਚੱਲਣਾ, ਮਹਾਰਾਜ ਦੇ ਉਪਦੇਸ਼ ਦੀ ਵਿਚਾਰ ਕਰਨੀ, ਉਹੋ ਹੀ ਸਿੱਖ ਕਹਾ ਸਕਦਾ ਏ। ਨਦਰੀ ਕਰਮ ਲੰਘਾਏ ਪਾਰ, ਜਿਨ੍ਹਾਂ ਉੱਤੇ ਫਿਰ ਮੇਰੇ ਸਤਿਗੁਰੂ ਜੀ ਨਦਰ ਦ੍ਰਿਸ਼ਟ ਕਰਦੇ ਆ ਨਾ, ਤੇ ਦ੍ਰਿਸ਼ਟੀ ਨਾਲ ਕੀ ਹੁੰਦਾ, ਬਖਸ਼ਿਸ਼ ਹੋ ਜਾਂਦੀ ਹੈ। ਪਾਰ ਲੰਘਾ ਦਿੰਦੇ ਸੱਚੇ ਪਾਤਸ਼ਾਹ, ਇਸ ਸੰਸਾਰ ਸਮੁੰਦਰ ਤੋਂ ਮੁਕਤੀ ਰੂਪੀ ਕੰਢੇ ਤੇ ਚਾੜ ਦਿੰਦੇ ਆ, ਸਦਗਤੀ ਦੇ ਦਿੰਦੇ ਆ। ਕੋਲੂ ਚਰਖਾ ਚੱਕੀ ਚੱਕ, ਤੇ ਜਿਹੜੇ ਸਾਧ ਸੰਗਤ ਜੀ ਆਪਣੇ ਮਨ ਦੀਆਂ ਮਰਜ਼ੀਆਂ ਕਰਦੇ ਆ, ਸਤਿਗੁਰੂ ਜੀ ਦੀ ਸਿੱਖਿਆ ਨੂੰ ਧਾਰਨ ਨਹੀਂ ਕਰਦੇ, ਵੇਖੋ ਮਹਾਰਾਜ ਜੀ ਕਹਿੰਦੇ ਭਾਈ ਫਿਰ ਉਹ ਕਾਮ ਦੇ ਵਾਂਗੂ ਜਿਹੜਾ ਨਾ ਕੋਲੂ ਜਿੱਦਾਂ ਫਿਰਦਾ ਰਹਿੰਦਾ ਹੈ, ਉਹ ਕਾਮ ਦੇ ਵਿੱਚ ਹੀ ਘੁੱਗਦੇ ਰਹਿੰਦੇ, ਉਹਨਾਂ ਨੂੰ ਹੋਰ ਕੋਈ ਵਿਚਾਰ ਹੀ ਨਹੀਂ ਆਉਂਦੀ ਹੈ। ਕਾਮ ਦੀਆਂ ਘੁੰਮਣ ਘੇਰੀਆਂ 'ਚ ਕੋਲੂ ਵਾਂਗੂ ਤੁਰੇ ਫਿਰਦੇ ਰਹਿੰਦੇ ਆ। ਤੇ ਫਿਰ ਇਸ ਪ੍ਰਕਾਰ ਚਰਖੇ ਦੀ ਜਿਵੇਂ ਉਹ ਚੱਲਦੀ ਹੈ ਸਾਧ ਸੰਗਤ ਜੀ, ਉਹ ਚਾਲ ਕਿਵੇਂ ਘੁੰਮਦਾ ਹੈ, ਉਹ ਕ੍ਰੋਧ ਦੇ ਵਿੱਚ ਹੀ ਸਾਧ ਸੰਗਤ ਜੀ ਘੁੰਮਣ ਘੇਰੀਆਂ ਖਾਈ ਜਾਂਦੇ ਰਹਿੰਦੇ ਆ। ਤੇ ਫਿਰ ਚੱਕੀ ਦੀ ਨਿਆਈ ਸਾਧ ਸੰਗਤ ਜੀ ਇਸ ਪ੍ਰਕਾਰ ਜਿਹੜਾ ਹੈ ਲੋਭੀ ਪੁਰਖ ਘੁੰਮਦਾ ਰਹਿੰਦਾ, ਉਹਨੂੰ ਟਿਕਾ ਹੀ ਕਿਤੇ ਨਹੀਂ ਆਉਂਦਾ ਹੈ। ਤੇ ਫਿਰ ਇਸ ਪ੍ਰਕਾਰ ਜਿਹੜਾ ਹੈ ਚੱਕ ਦੀ ਨਿਆਈ, ਮੋਹ ਦੇ ਵਿੱਚ ਬੱਝਾ ਹੋਇਆ ਜੀਵ ਜਿਹੜਾ ਹੈ, ਉਹ ਬਾਰ-ਬਾਰ ਸਾਧ ਸੰਗਤ ਜੀ ਉੱਥੇ ਹੀ ਫਸਿਆ ਰਹਿੰਦਾ ਹੈ। ਇਸੇ ਪ੍ਰਕਾਰ ਕੋਲੂ ਚਰਖਾ ਚੱਕੀ ਚੱਕ, ਸਾਧ ਸੰਗਤ ਜੀ ਜਿਹੜੇ ਗੁਰੂ ਵਾਲੇ ਨਹੀਂ ਨਾ ਬਣਦੇ, ਨਾਮ ਨਹੀਂ ਜਪਦੇ, ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਫਿਰ ਭਾਈ, ਜਿੱਦਾਂ ਮਹਾਰਾਜ ਜੀ ਨੇ ਉਹ ਮਾਝ ਰਾਗ ਵਿੱਚ ਸਿੱਖਿਆ ਦਿੱਤੀ ਸੀਗੇ, ਭਾਈ ਗੰਨੇ ਦੀ ਵੇਖੋ ਕੀ ਹਾਲਤ ਹੁੰਦੀ ਹੈ, ਤੇ ਤਿਲਾਂ ਦੀ ਵੇਖੋ ਕੀ ਹਾਲਤ ਹੁੰਦੀ ਹੈ, ਤੇ ਉਹ ਤਿਲਾਂ ਦੀ ਕੀ ਹਾਲਤ ਹੁੰਦੀ ਹੈ, ਕੋਲੂ ਦੇ ਵਿੱਚ ਦੀ ਨੂੜ ਕੇ ਤੇ ਉਹਦੀ ਫਿਰ ਇੱਕ ਬੰਨੇ ਖਲ ਨਿਕਲਦੀ, ਇੱਕ ਬੰਨੇ ਤੇਲ ਨਿਕਲਦਾ ਹੈ। ਜਿਹੜੇ ਭਾਈ ਗੁਰੂ ਸਾਹਿਬ ਦਾ ਭਜਨ ਨਹੀਂ ਕਰਦੇ, ਦਿੱਤਾ ਹੋਇਆ ਗੁਰੂ ਕਾ ਉਪਦੇਸ਼ ਨਹੀਂ ਕਮਾਉਂਦੇ, ਮਹਾਰਾਜ ਕਹਿੰਦੇ ਫਿਰ ਉਹਨਾਂ ਨੂੰ ਕੋਲੂ ਦੇ ਵਿੱਚ ਦੀ ਨਪੀੜ ਦਿੱਤਾ ਜਾਂਦਾ ਹੈ। ਇਹ ਕਮਾਦਾ ਯਾਰ ਕਾਗਦਾ ਕੁੰਨੇ ਕੋਇਲ ਆਹ, ਜਿਵੇਂ ਕੋਇਲਿਆਂ ਦਾ ਹਾਲ ਹੁੰਦਾ ਹੈ, ਉਹ ਸਾਰੇ ਦ੍ਰਿਸ਼ਟਾਂਤ ਦਿੱਤੇ ਹੈ ਕਿ ਮੰਦੇ ਅਮਲ ਕਰਿੰਦਿਆਂ ਇਹ ਸਜਾਏ ਤੇ ਨਾਹ, ਇਹ ਸਜ਼ਾ ਮਿਲਦੀ ਹੈ ਜੇ ਬੁਰੇ ਕਰਮ ਕਰਦੇ ਰਹਿੰਦੇ ਆ ਜਿਹੜੇ। ਫਿਰ ਸਾਧ ਸੰਗਤ ਜੀ ਜਿਹੜਾ ਚਰਖਾ ਵਾ, ਉਹ ਕਪਾਹ ਦੀ ਜੋ ਹਾਲਤ ਹੁੰਦੀ, ਵੇਖੋ ਕਿਵੇਂ ਉਹਨੂੰ ਕੱਟ ਕੇ ਕੁੱਟ ਕੇ ਫਿਰ ਉਹਨੂੰ ਬਹੁਤ ਜ਼ਿਆਦਾ ਪਿੰਜਿਆ ਜਾਂਦਾ, ਫਿਰ ਉਹਦਾ ਇਸ ਪ੍ਰਕਾਰ ਉਹਦੇ ਗੋੜੇ ਬਣਾਏ ਜਾਂਦੇ ਆ, ਫਿਰ ਉਹ ਸੂਤਰ ਬਣਾ ਕਰਕੇ ਕਿਵੇਂ ਚਰਖੇ ਤੇ ਚਾੜ੍ਹਦੀਆਂ ਮਾਈਆਂ ਤੇ। ਮਹਾਰਾਜ ਕਹਿੰਦੇ ਭਾਈ ਇਵੇਂ ਜੀਵ ਦੀ ਹਾਲਤ ਹੁੰਦੀ ਹੈ, ਇੰਨਾ ਉਹਨੂੰ ਉੱਤੇ ਕੁੱਟਿਆ ਮਾਰਿਆ ਜਾਂਦਾ, ਫਿਰ ਜਿਵੇਂ ਕਪਾਹ ਦੀ ਹਾਲਤ ਹੁੰਦੀ ਹੈ ਇਸ ਤਰ੍ਹਾਂ ਜੀਵ ਦੀ ਹਾਲਤ ਹੁੰਦੀ ਹੈ। ਫਿਰ ਜੰਮ ਦੇ ਸਜ਼ਾ ਰੂਪੀ ਚਰਖੇ ਤੇ ਚੜ੍ਹ ਕੇ ਸਜ਼ਾਵਾਂ ਭੋਗਣੀਆਂ ਪੈਂਦੀਆਂ ਨੇ। ਜਿਵੇਂ ਫਿਰ ਚੱਕੀ ਦੇ ਅੰਦਰ ਪੀ ਦਿੰਦੇ ਆ ਨਾ, ਇਵੇਂ ਮਹਾਰਾਜ ਕਹਿੰਦੇ ਭਾਈ ਪੀਸਿਆ ਜਾਵੇਂਗਾ ਜੇ ਤੂੰ ਵਾਹਿਗੁਰੂ ਦੀ ਬੰਦਗੀ ਨਾ ਕੀਤੀ ਤਾਂ। ਫਿਰ ਮਹਾਰਾਜ ਕਹਿੰਦੇ ਚੱਕ ਵਾ ਜਿਹੜਾ ਘੁਮਿਆਰ ਦਾ, ਕਿੰਨੇ ਭਾਂਡੇ ਬਣਾਈ ਜਾਂਦਾ, ਮੁੜ ਕੇ ਜੂਨੀਆਂ ਰੂਪੀ ਭਾਂਡੇ, ਸਰੀਰਾਂ ਰੂਪੀ ਭਾਂਡੇ ਹੀ ਮਿਲਣੇ ਆ ਨਾ ਬਾਰ-ਬਾਰ, ਜੇ ਭਜਨ ਨਾ ਕੀਤਾ ਤਾਂ। ਥਲ ਬਾਰੋਲੇ ਬਹੁਤ ਅਨੰਤ, ਫਿਰ ਮਹਾਰਾਜ ਕਹਿੰਦੇ ਜਿਵੇਂ ਥਰ ਬਾਰੋਲੇ ਬਹੁਤ ਅਨੰਤ, ਭਰਮ ਦੇ ਵਾਵ ਰੋਲੇ ਹੀ ਅੰਦਰ ਬਹੁਤੇ ਜ਼ਿਆਦੇ ਚੱਲਦੇ, ਜਿਨ੍ਹਾਂ ਦਾ ਕੋਈ ਅੰਤ ਨਹੀਂ, ਇੰਨਾ ਭਰਮ ਹੀ ਪਿਆ ਰਹਿੰਦਾ, ਟਿਕਾ ਆਉਂਦਾ ਹੀ ਨਹੀਂ। ਤੇ ਜੇ ਕੋਈ ਕਹੇ ਵੀ ਗੁਰੂ ਜੀ ਦਾ ਆਸਰਾ ਲੈ ਜੀ, ਬੜੀਆਂ ਅਰਦਾਸਾਂ ਕੀਤੀਆਂ, ਬਸ ਕੋਈ ਨਹੀਂ ਜੀ, ਲਾਭ ਨਹੀਂ ਹੁੰਦਾ, ਜਾ ਭਈ ਫਿਰ ਤੂੰ ਰੁੱਖਾਂ ਜਠੇਰਿਆਂ ਜੋਗਾ ਹੀ ਆ। ਫਿਰ ਉੱਥੇ ਜਾ ਕੇ ਐਵੇਂ ਮੱਥੇ ਰਗੜਦੇ ਰਹਿੰਦੇ ਆ। ਉਹ ਭਰਮ ਦੇ ਵਾਵ ਰੋਲੇ ਹੀ ਸਾਧ ਸੰਗਤ ਜੀ ਅੰਦਰ ਪਏ ਰਹਿੰਦੇ ਆ, ਭਰਮ 'ਚ ਹੀ ਫਸੇ ਰਹਿੰਦੇ ਆ। ਤੇ ਮਹਾਰਾਜ ਕਹਿੰਦੇ ਕੋਈ ਅੰਤ ਹੀ ਨਹੀਂ, ਇੰਨਾ ਭਰਮ ਪਿਆ ਹੋਇਆ ਹੈ। ਲਾਟੂ ਮਾਤ ਹਾਣੀਆਂ ਅਨਗਾਹ, ਫਿਰ ਸਾਧ ਸੰਗਤ ਜੀ ਲਾਟੂ ਦੀ ਤਰ੍ਹਾਂ ਉਹ ਘੁੰਮਦੇ ਰਹਿੰਦੇ ਆ ਜੂਨੀਆਂ ਦੇ ਅੰਦਰ, ਕੋਈ ਉਹਨਾਂ ਨੂੰ ਇਸ ਪ੍ਰਕਾਰ ਟਿਕਾ ਨਹੀਂ ਹੁੰਦਾ। ਤੇ ਮਧਾਣੀਆਂ ਦੀ ਤਰ੍ਹਾਂ, ਜਿਵੇਂ ਕਿਹਾ ਨਾ ਕਿ ਜਿਹੜੇ ਸਾਧ ਸੰਗਤ ਜੀ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜਿਉ ਮੱਥਨ ਮਧਾਣੀਆਂ ਤਿਉ ਮੱਥੈ ਧਰਮ ਰਾਏ। ਜਿਵੇਂ ਮਧਾਣੀਆਂ ਮੱਥ ਦਿੰਦੀਆਂ ਨਾ, ਮੱਖਣ ਕੱਢ ਦਿੰਦੀਆਂ, ਇਵੇਂ ਰੜਕ ਦਿੰਦਾ ਫਿਰ ਧਰਮ ਰਾਜਾ ਫੜ ਕਰਕੇ ਮਧਾਣੀ ਦੀ, ਜਿੱਦਾਂ ਪਾ ਕੇ ਚਾਟੀ 'ਚ ਦਹੀਂ ਨਹੀਂ ਰੜਕ ਦਈਦਾ, ਜਿਉਂ ਮੱਥਨ ਮਧਾਣੀਆਂ
ਮਹਾਰਾਜ ਨੇ ਕਿਹਾ ਤਿਉਂ ਮੱਥਾ ਧਰਮ ਰਾਏ, ਤਿਵੇਂ ਮੱਥ ਦਿੰਦਾ ਫੜ ਕੇ, ਚਿੱਥ ਦਿੰਦਾ, ਰਗੜ ਦਿੰਦਾ ਫੜ ਕੇ। ਜਿਵੇਂ ਗਾਹ ਪਾਇਆ ਜਾਂਦਾ ਨਾ, ਐਵੇਂ ਫਿਰ ਗਾਹ ਹੀ ਪਿਆ ਰਹਿੰਦਾ ਉਹਨਾਂ ਦੀ ਜ਼ਿੰਦਗੀ 'ਚ। ਉਹ ਕਰ ਲਓ, ਆਹ ਕਰ ਲਓ, ਫੜ ਲਓ, ਕਰ ਲਓ, ਦੀ ਜ਼ਿੰਦਗੀ ਲੰਘਦੀ, ਕੋਈ ਸ਼ਾਂਤੀ ਨਹੀਂ, ਕੋਈ ਸਕੂਨ ਨਹੀਂ। ਇਸ ਕਰਕੇ ਹੀ ਫਿਰ ਬਿਮਾਰੀਆਂ ਵੀ ਨਾਲ ਹੀ ਉੱਠ ਪੈਂਦੀਆਂ, ਕੋਈ ਸ਼ੂਗਰ ਹੋ ਗਈ, ਹੋਰ ਬਿਮਾਰੀਆਂ ਚਿੰਬੜ ਪਈਆਂ। ਜਿੰਨਾ ਸਰੀਰ ਅਸ਼ਾਂਤ ਹੁੰਦਾ ਨਾ, ਉਹ ਸਾਧ ਸੰਗਤ ਜੀ ਘਰ ਵਿੱਚ ਖਲਾਰਾ ਪਿਆ ਹੋਇਆ ਤੇ ਕਹਿ ਹੀ ਦਿੰਦੇ ਕੀ ਗਾਹ ਪਾਇਆ ਤੁਸਾਂ। ਪਹਿਲਾਂ ਜਿਵੇਂ ਗਾਹਣ ਪਾਉਂਦੇ ਹੁੰਦੇ ਸੀ ਉਹ ਕਣਕ ਦੇ ਕੱਢਣ ਵਾਸਤੇ, ਇਸ ਤਰ੍ਹਾਂ ਸਾਧ ਸੰਗਤ ਜੀ ਵਿਸ਼ਿਆਂ ਵਿਕਾਰਾਂ ਦਾ ਖਲਾਰਾ ਹੀ ਪਿਆ ਹੋਇਆ ਹੈ। ਇਹ ਗਾਹ ਹੀ ਪਿਆ ਰਹਿੰਦਾ ਉਹਨਾਂ ਦੇ ਅੰਦਰ, ਕਿਉਂਕਿ ਦਰਵਾਜ਼ੇ ਖੁੱਲ੍ਹੇ ਛੱਡੋ ਤੇ ਬਾਹਰੋਂ ਹਨੇਰੀ ਨਾਲ ਫਿਰ ਮਿੱਟੀ ਘੱਟਾ ਪੈਣਾ ਹੀ ਹਨ। ਜਿਨ੍ਹਾਂ ਨੇ ਅੱਖਾਂ ਨੂੰ ਖੁੱਲ੍ਹਿਆਂ ਛੱਡਿਆ, ਜਿਹੜਾ ਮਰਜੀ ਰੂਪ ਵੇਖੀ ਜਾਣ, ਕੰਨ ਖੁੱਲ੍ਹੇ ਛੱਡ ਸਕੇ, ਜਿਹੜਾ ਮਰਜੀ ਗੰਦਾ ਗੀਤ ਸੁਣੀ ਜਾਣਾ, ਵਰਜਿਆ ਹੀ ਨਹੀਂ ਕਰਨਾ, ਫਿਰ ਵਿਕਾਰਾਂ ਰੂਪੀ ਮਿੱਟੀ ਅੰਦਰ ਪੈਂਦੀ ਹੈ, ਗਾਹ ਹੀ ਪੈ ਜਾਂਦਾ, ਖਲਾਰ ਹੀ ਪੈ ਜਾਂਦਾ ਅੰਦਰ। ਸਤਿਗੁਰੂ ਜੀ ਕਹਿੰਦੇ ਭਾਈ ਉਹਨਾਂ ਨੂੰ ਗਾਹਣ ਦੀ ਤਰ੍ਹਾਂ ਗਾਹ ਹੀ ਦਿੰਦਾ ਫਿਰ ਧਰਮ ਰਾਜਾ। ਪੰਖੀ ਭੌਂਦੀਆ ਲੈਣ ਨ ਸਾਹ, ਪੰਛੀਆਂ ਦੀਆਂ ਜੂਨਾਂ ਵਿੱਚ ਵੀ ਭੌਂਦੇ ਫਿਰਨਗੇ, ਲੈਣ ਨਾ ਸਾਹ, ਟਿਕਣਾ ਨਹੀਂ ਮਿਲਣਗਾ। ਇੱਕ ਜੂਨ ਚੋਂ ਨਿਕਲਿਆ, ਚੱਲ ਦੂਜੀ ਤਿਆਰ ਨਾਲ ਹੀ, ਵੀ ਤੂੰ ਆਹ ਕਰਮ ਕੀਤਾ ਸੀ, ਇਹਦੇ ਬਦਲੇ ਹੁਣ ਆਹ ਜੂਨ। ਕਈ ਵਾਰੀ ਨਾ ਕਈ ਜੇਲ੍ਹ ਚੋਂ ਸਜ਼ਾ ਭੋਗ ਕੇ ਜਦੋਂ ਸਜ਼ਾ ਪੂਰੀ ਹੁੰਦੀ ਹੈ ਬਾਹਰ ਆਉਂਦੇ ਆ, ਅੱਗੇ ਪੁਲਿਸ ਪਹਿਲਾਂ ਹੀ ਖੜੀ ਹੁੰਦੀ, ਉਹ ਪਹਿਲਾ ਗੁਨਾਹ ਹੀ ਤੇਰਾ ਆ ਜਾ, ਫਿਰ ਉਹ ਕੇਸ ਪਾ ਕੇ ਫਿਰ ਜੇਲ੍ਹ 'ਚ ਠੋਕ ਦਿੰਦੇ ਆ। ਇਸ ਤਰ੍ਹਾਂ ਸਾਧ ਸੰਗਤ ਜੀ ਗੁਨਾਹਾਂ ਦੀ ਲੜੀ ਹੈ। ਜੀਵ ਜੇ ਤੂੰ ਗੁਨਾਹ ਕਰਨੋਂ ਹਟਦਾ ਨਹੀਂ, ਹੁਣ ਤਾਂ ਸੋਚੀ ਜਾਂਦਾ ਕਿ ਕੌਣ ਵੇਖਦਾ, ਕੀ ਗੱਲ ਹੈ, ਕੋਈ ਪਰਵਾਹ ਹੀ ਨਹੀਂ। ਇੱਕ ਤੇ ਇੱਕ ਰਾਤ ਦਿਨ ਗੁਨਾਹਾਂ ਦੀਆਂ ਪੰਡਾਂ ਹੀ ਪਾਈ ਜਾਂਦਾ, ਪਰ ਵੇਖ ਲੈ ਪੰਖੀ ਭੌਂਦੀਆਂ ਲੈਣ ਨਾ ਸਾਹ। ਪੰਛੀਆਂ ਦੀਆਂ ਜੂਨਾਂ ਵਿੱਚ ਹੀ ਭੌਂਇਆ ਜਾਏਗਾ, ਸਾਹ ਨਹੀਂ ਤੈਨੂੰ ਲੈਣਾ ਮਿਲੇਗਾ। ਸੂਆ ਚਾੜ ਭਵਾਈਆ ਹੈ ਜੰਤ, ਫਿਰ ਮਾਤਾ ਦੇ ਗਰਭ ਰੂਪੀ ਸੂਏ ਤੇ ਚਾੜ ਕੇ ਤੈਨੂੰ ਭਵਾਇਆ ਜਾਵੇਗਾ। ਕਈ ਵਾਰੀ ਗਰਭ ਹੀ ਹਿਰ ਜਾਂਦੇ ਭਾਵ ਡਿੱਗ ਜਾਂਦੇ ਆ। ਇਸ ਪ੍ਰਕਾਰ ਸਾਧ ਸੰਗਤ ਜੀ ਜਿਹੜੇ ਗਰਭ ਦੇ ਦੁੱਖਾਂ ਨੂੰ ਸਹਾਰਦੇ ਆ ਤੇ ਪਰ ਜਨਮ ਨਹੀਂ ਲੈਣਾ ਮਿਲਦਾ, ਮਾਤਾ ਦੇ ਗਰਭ ਤੋਂ ਪਹਿਲਾਂ ਹੀ ਜਨਮ ਲੈਣ ਤੋਂ ਮਰ ਜਾਂਦੇ ਆ, ਕਿਉਂਕਿ ਉਹਨਾਂ ਨੂੰ ਉਹ ਸਜ਼ਾ ਹੁੰਦੀ ਹੈ ਕਿ ਮਾਤਾ ਦੇ ਉਦਰ ਦੇ ਤੁਸੀਂ ਸੂਹੇ ਚਾੜ ਭਵਾਈਐ ਜੰਤ। ਮਾਤਾ ਦੇ ਉਦਰ ਦੇ ਜਿਹੜੇ ਦੁੱਖ ਵੈ ਨਾ, ਇਹ ਗਿਣੇ ਨਹੀਂ ਜਾਂਦੇ, ਬੜੇ ਉੱਥੇ ਜ਼ਿਆਦੇ ਦੁੱਖ ਵੈ। ਪੁੱਠਾ ਲਟਕਦਾ ਹੁੰਦਾ ਤੇ ਮਾਤਾ ਦਾ ਸਾਰਾ ਸਾਧ ਸੰਗਤ ਜੀ ਜਿਹੜੀ ਗੰਦਗੀ ਹੈ ਇਹ ਉਹਦੀ ਨਾਸ਼ਕਾਂ ਦੇ ਅੱਗੋਂ ਦੀ ਲੰਘਦੀ ਹੈ। ਇੰਨਾ ਦੁਖੀ ਹੁੰਦਾ ਹੈ, ਉੱਥੇ ਪਰਮੇਸ਼ਰ ਦਾ ਭਜਨ ਕਰਦਾ। ਤੇ ਭੌਂਦਿਆਂ ਗਣਤ ਨਾ ਅੰਤ, ਇਹਨਾਂ ਨੂੰ ਭੌਂਦਿਆਂ ਹੋਇਆਂ ਨੂੰ ਫਿਰ ਜੂਨਾਂ ਵਿੱਚ ਕਰਮ ਕੀਤੇ ਆ ਨਾ। ਜੇ ਮੰਨ ਲਓ ਗਧੇ ਦੀ ਜੂਨ ਇੱਕ ਭੋਗ ਆਇਆ ਤੇ ਜੇ ਗਧੇ ਵਰਗੇ ਕਈ ਕਰਮ ਕੀਤੇ, ਕਹਿੰਦੇ ਵੀ ਕੋਈ ਇੰਨੇ ਜਿਹੜੀਆਂ ਜੂਨਾਂ ਇਹ ਗਧੇ ਦੀਆਂ ਹੀ ਬੰਧਨੀਆਂ ਨੇ। ਕਾਮ ਕ੍ਰੋਧ ਦੇ ਬੰਧਨਾਂ ਵਿੱਚ ਬੱਝੇ ਹੋਏ, ਮਾਇਆ ਦੇ ਬੰਧਨਾਂ ਵਿੱਚ ਬੱਝੇ ਹੋਏ ਜੀਵ ਜਿਹੜੇ ਆ ਭਵਾਏ ਜਾਂਦੇ ਆ ਜੂਨਾਂ ਦੇ ਅੰਦਰ। ਪਿਆ ਕਿਰਤ ਨੱਚਾ ਸਭ ਕੋਈ, ਮਹਾਰਾਜ ਕਹਿੰਦੇ ਪਿਆ ਹੋਇਆ ਹੈ ਕਿਰਤ ਮੱਥੇ ਦੇ ਉੱਤੇ ਲੇਖ। ਹਰ ਕੋਈ ਇਸ ਪ੍ਰਕਾਰ ਨੱਚ ਰਿਹਾ, ਕੋਈ ਮਾਇਆ 'ਚ ਨੱਚ ਰਿਹਾ, ਕੋਈ ਪਦਾਰਥਾਂ 'ਚ ਨੱਚ ਰਿਹਾ, ਕੋਈ ਵਿਕਾਰਾਂ ਦਾ ਨਚਾਇਆ ਨੱਚ ਰਿਹਾ ਏ। ਨੱਚ ਨੱਚ ਹੱਸਹਿ ਚੱਲਹਿ ਸੇ ਰੋਏ। ਸਾਧ ਸੰਗਤ ਜੀ ਜਿਹੜੇ ਇਸ ਪ੍ਰਕਾਰ ਪਦਾਰਥਾਂ ਦੇ ਅੰਦਰ ਰਹਿੰਦੇ ਤੇ ਹਨ, ਪਰ ਵਾਹਿਗੁਰੂ ਦਾ ਨਿਰਣਾ ਕਰਨ ਰੂਪੀ ਨਾਚ ਨੱਚਦੇ ਆ। ਉਹ ਪਦਾਰਥਾਂ ਵਿੱਚ ਰਹਿੰਦੇ ਹੋਏ ਹੱਸਦੇ ਆ ਕਿ ਵੀ ਪਦਾਰਥ ਤਾਂ ਹੋਏ ਹੀ ਹੈ। ਵਾਹਿਗੁਰੂ ਦਾ ਨਾਮ ਜਪਦੇ ਹੋਏ ਉਹਨਾਂ ਨੂੰ ਖੇੜਾ ਮਿਲ ਜਾਂਦਾ ਹੈ। ਤੇ ਜਦੋਂ ਸਾਧ ਸੰਗਤ ਜੀ ਚੱਲਦੇ ਆ ਸੰਸਾਰ ਤੋਂ, ਉਹਨਾਂ ਨੂੰ ਫਿਰ ਪਤਾ ਹੁੰਦਾ ਹੈ ਕਿ ਭਈ ਪਦਾਰਥ ਤਾਂ ਨਾਲ ਨਹੀਂ ਨਿਭਦੇ, ਫਿਰ ਹੱਸਦੇ ਹੋਏ ਚਲੇ ਜਾਂਦੇ ਆ ਸੰਸਾਰ ਦੇ ਅੰਦਰੋਂ ਸਰੂਪ ਰੂਪੀ ਘਰ ਦੇ ਅੰਦਰ। ਪਰ ਜਿਹੜੇ ਪਦਾਰਥਾਂ ਵਿੱਚ ਨਾਚ ਨੱਚਦੇ ਰਹਿੰਦੇ ਆ, ਨੱਚ ਨੱਚ ਹੱਸੇ, ਉਹ ਪਦਾਰਥਾਂ ਨੂੰ ਪ੍ਰਾਪਤ ਕਰਦੇ ਆ ਨਾ। ਜਦੋਂ ਮਾਇਆ ਆਉਂਦੀ ਹੈ ਫਿਰ ਕਿਤੇ ਹਾਸਾ ਆਉਂਦਾ ਅੰਦਰ, ਬੜਾ ਆਨੰਦ ਆਉਂਦਾ ਕਿ ਤੇ ਆ ਤਾਂ ਕਮਾਲ ਹੀ ਹੋ ਗਈ, ਬੜਾ ਜੀ ਲੱਗਦਾ ਸੰਸਾਰ ਵਿੱਚ। ਫਿਰ
ਤੇ ਮਾਇਆ ਦੇ ਘਟਣ ਕਰਕੇ, ਨਾਸ਼ ਹੋਣੇ ਕਰਕੇ ਉਹ ਪ੍ਰਾਮ ਹੁੰਦਾ, ਉਦਾਸ ਹੋ ਜਾਂਦਾ। ਪਦਾਰਥ ਆਉਂਦੇ ਆ ਬੜੇ ਜ਼ਿਆਦੇ, ਭਾਵੇਂ ਕਿਸੇ ਤਰ੍ਹਾਂ ਵੀ ਆਉਣ, ਤੇ ਉਹ ਪਦਾਰਥਾਂ ਦੇ ਆਉਣ ਕਰਕੇ ਤੇ ਪਦਾਰਥਾਂ ਦੇ ਵਿੱਚ ਨੱਚਦਾ, ਮਾਇਆ ਵਿੱਚ ਨੱਚਦਾ, ਬੜਾ ਹੱਸਦਾ ਹੈ। ਪਰ ਚੱਲਹਿ ਸੇ ਰੋਏ, ਜਦੋਂ ਪ੍ਰਲੋਕ ਨੂੰ ਚੱਲਦਾ ਨਾ ਪਦਾਰਥ, ਕੋਈ ਨਾਲ ਨਹੀਂ ਚੱਲਦਾ, ਉਦੋਂ ਰੋਂਦਾ, ਡਾਡਾ ਮਾਰਦਾ। ਫਿਰ ਮਾਇਆ ਇਕੱਠੀ ਕੀਤੀ ਸੀ ਨੱਚ ਨੱਚ ਕੇ, ਨੱਚਣਾ ਹੀ ਹੈ ਕਿ ਰਾਤ ਦਿਨ ਭੱਜਾ ਹੀ ਫਿਰਦਾ ਹੈ ਮਾਇਆ ਵਾਸਤੇ। ਤੇ ਜਦੋਂ ਨਾਲ ਨਹੀਂ ਚੱਲਦੀ ਅੰਤ ਨੂੰ, ਜਦੋਂ ਚੱਲਦਾ ਹੈ ਪ੍ਰਲੋਕ ਨੂੰ, ਫਿਰ ਰੋਂਦਾ ਕਿ ਇੱਥੇ ਛੱਡ ਕੇ ਚੱਲਿਆ ਹਾਂ। ਉੱਡ ਨ ਜਾਹੀ ਸਿੱਧ ਨਾ ਹੋਏ। ਮਹਾਰਾਜ ਕਹਿੰਦੇ ਭਾਈ ਇਹੋ ਜਿਹੇ ਨੇ ਕੀ ਉੱਡ ਕਰਕੇ ਬੈਕੁੰਠ ਨੂੰ ਚਲੇ ਜਾਣਾ, ਇਹੋ ਜਿਹੀ ਦੀ ਕੀ ਬਿਰਤੀ ਉੱਡ ਕਰਕੇ ਜਿਹੜੀ ਹੈ ਸੁਰਤ ਚੜ ਸਕਦੀ ਹੈ ਦਸਮ ਦਵਾਰ ਦੇ ਅੰਦਰ। ਇਹਨਾਂ ਨੂੰ ਕੱਖ ਨਹੀਂ ਪ੍ਰਾਪਤ ਹੁੰਦਾ, ਵਿਸ਼ੇ ਵਿਕਾਰਾਂ ਦੇ ਭੋਗਣ ਵਾਲਿਆਂ ਨੂੰ ਕੋਈ ਸਿੱਧ ਨਾ ਹੋਏ, ਕੋਈ ਮੁਕਤੀ ਨਹੀਂ ਇਹਨਾਂ ਨੂੰ ਮਿਲਦੀ, ਸ਼ਾਂਤੀ ਨਹੀਂ ਆਉਂਦੀ ਹੈ। ਨੱਚਣ ਕੁੱਦਣ ਮਨ ਕਾ ਚਾਓ। ਇਹ ਪਦਾਰਥਾਂ ਵਿੱਚ ਨੱਚਣਾ, ਮਾਇਆ ਦੀ ਪ੍ਰਾਪਤੀ ਵਾਸਤੇ ਨੱਚਣਾ। ਮਹਾਰਾਜ ਕਹਿੰਦੇ ਜਿਹੜਾ ਇਹ ਕੁੱਦਣਾ ਹੈ, ਭਾਵ ਬਹੁਤ ਜ਼ਿਆਦਾ ਲਾਲਚ ਵਿੱਚ ਆਉਣਾ, ਇਹ ਮਨ ਦਾ ਹੀ ਚਾਵ ਹੈ। ਲੋਭ ਤਾਂ ਮਹਾਰਾਜ ਕਹਿੰਦੇ ਭਾਈ ਕੁਝ ਨਹੀਂ ਸਵਾਰਦਾ, ਲੋਭ ਨਾਲ ਪਾਪ ਬਿਰਤੀ ਸਗੋਂ ਜਾਗਦੀ ਹੈ। ਪਦਾਰਥਾਂ ਵਿੱਚ ਨੱਚਣਾ ਜਿਹੜਾ ਮਨ ਨੂੰ ਹੀ ਉਤਸ਼ਾਹਿਤ ਕਰਦਾ ਤੇ ਪਰਮੇਸ਼ਰ ਵੱਲੋਂ ਭੁਲਾ ਦਿੰਦਾ ਏ। ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ। ਜਿਨ੍ਹਾਂ ਦੇ ਮਨ ਅੰਦਰ ਵਾਹਿਗੁਰੂ ਦਾ ਡਰ ਵਸਦਾ ਨਾ, ਉਹ ਬੁਰਾ ਕਰਮ ਨਹੀਂ ਕਰਦੇ, ਫਿਰ ਉਹਨਾਂ ਨੂੰ ਵਾਹਿਗੁਰੂ ਜੀ ਦਾ ਪਿਆਰ ਲੱਗ ਜਾਂਦਾ ਏ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹਜੂਰ ਕਹਿੰਦੇ ਆ, ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ। ਕਿ ਸਤਿਗੁਰੂ ਕਹਿੰਦੇ ਜਿਨ੍ਹਾਂ ਦੇ ਮਨ ਦੇ ਅੰਦਰ ਮੇਰੇ ਵਾਹਿਗੁਰੂ ਦਾ ਡਰ ਪੈ ਗਿਆ, ਉਹਨਾਂ ਨੂੰ ਮੇਰੇ ਵਾਹਿਗੁਰੂ ਜੀ ਦਾ ਪਿਆਰ ਲੱਗ ਜਾਂਦਾ ਏ। ਪੌੜੀ ਦੁਆਰਾ ਹੁਣ ਮਹਾਰਾਜ ਬਖਸ਼ਿਸ਼ ਕਰਦੇ ਆ, ਤੋ ਥੋੜੇ ਸਮੇਂ 'ਚ ਆਪਾਂ ਹੁਣ ਸਮਾਪਤੀ ਕਰਾਂਗੇ। ਨਾਮ ਤੇਰਾ ਨਿਰੰਕਾਰ ਹੈ। ਸੱਚੇ ਪਾਤਸ਼ਾਹ ਜੀ ਪੌੜੀ ਵਿੱਚ ਕਹਿੰਦੇ ਹੈ, ਵਾਹਿਗੁਰੂ ਤੇਰਾ ਨਾਮ ਨਿਰੰਕਾਰ ਹੈ, ਤੂੰ ਆਕਾਰਾਂ ਤੋਂ ਰਹਿਤ ਹੈ। ਕਿਹੜਾ ਆਕਾਰ ਤੇਰਾ ਕਥਨ ਕਰੀਏ? ਮਹਾਰਾਜ ਤੇਰਾ ਨਾਮ ਨਿਰੰਕਾਰ ਹੈ, ਮਾਇਕੀ ਆਕਾਰਾਂ ਤੋਂ ਤੂੰ ਰਹਿਤ ਹੈ। ਨਾਏ ਲਈਆ ਨਰਕ ਨ ਜਾਈਆ। ਪਰ ਇਹ ਗੱਲ ਹੈ ਕਿ ਤੇਰੇ ਨਾਮ ਵਿੱਚ ਐਡੀ ਬਰਕਤ ਵਾ, ਐਡੀ ਸ਼ਕਤੀ ਹੈ ਕਿ ਜਿਹੜਾ ਤੇਰਾ ਨਾਮ ਲੈਂਦਾ ਨਾ, ਉਹ ਨਰਕਾਂ ਨੂੰ ਨਹੀਂ ਜਾਂਦਾ ਹੈ। ਤੇਰੇ ਨਾਮ ਦੇ ਲੈਣੇ ਕਰਕੇ, ਤੇਰੇ ਨਾਮ ਦੇ ਉਚਾਰਨੇ ਕਰਕੇ ਨਰਕਾਂ ਵਿੱਚ ਨਹੀਂ ਜਾਈਦਾ ਹੈ। ਜੀਉ ਪਿੰਡ ਸਭ ਤਿਸ ਦਾ। ਇਹ ਜੀਉ ਸੂਖਸ਼ਮ ਸਰੀਰ ਤੇ ਪਿੰਡ ਸਥੂਲ ਸਥੀਰ ਸਰੀਰ ਜਿਹੜਾ ਹੈ, ਮਹਾਰਾਜ ਕਹਿੰਦੇ ਸਭ ਕੁਝ ਮੇਰੇ ਵਾਹਿਗੁਰੂ ਦਾ ਦਿੱਤਾ ਹੋਇਆ ਏ। ਦੇ ਖਾਜਾ ਆਖ ਗਵਾਈਆ। ਤੇ ਲਾਹਾ ਖੱਟਣਾ ਨਾ ਇਸ ਮਨੁੱਖਾ ਸਰੀਰ ਦਾ, ਤੇ ਕੀ ਕਰੀਏ? ਦੇ ਖਾਜਾ, ਦੇ ਕਰਕੇ ਕਿਸੇ ਨੂੰ ਫਿਰ ਆਪ ਖਾਈਏ, ਵੰਡ ਕੇ ਖਾਈਏ। ਦੇ ਖਾਜਾ, ਦੇ ਕੇ ਜੇ ਕੋਈ ਲਾਗੇ ਲੋੜਵੰਦ ਹੈ ਨਾ, ਤੇ ਉਹਨੂੰ ਦੇ ਕਰਕੇ ਅਣਹੋਂਦੇ ਆਪ ਵੰਡਾਏ। ਕੋ ਐਸਾ ਭਗਤ ਸਦਾਏ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿਹਦੇ ਕੋਲ ਹੁੰਦੇ ਆ ਉਹ ਤਾਂ ਚੱਲ ਵਰਤਾਉਂਦਾ ਹੀ ਹੈ, ਜਿਹਦੇ ਕੋਲ ਸੀਮਤ ਨੇ ਜੇ ਫਿਰ ਵੀ ਵਰਤਾ ਕੇ ਖਾਵੇ ਨਾ, ਤੇ ਬੜਾ ਉਹਨੂੰ ਫਲ ਮਿਲਦਾ ਹੈ। ਬਾਬਾ ਮਿੱਤ ਸਿੰਘ ਜੀ ਜਦੋਂ ਇੱਥੇ ਆਏ ਸੀ ਪਹਿਲੀ ਵਾਰ, ਵਿਵੇਕੀ ਸੀਗੇ, ਰਾਹ 'ਚ ਕਈ ਮਹੀਨਿਆਂ ਤੋਂ ਲੰਗਰ ਨਹੀਂ ਸੀ ਸਜਾਇਆ। ਜਦੋਂ ਇੱਥੇ ਬੋਰਡ ਨੇ ਰਸਤ ਦਿੱਤੀ, ਦਫ਼ਤਰ ਨੇ, ਤੇ ਬਾਹਰ ਲੰਗਰ ਸਜਾਇਆ, ਵਿਵੇਕੀ ਸਿੰਘ ਆਪਣਾ ਬਣਾ ਕੇ ਆਪ ਛਕਦੇ ਨਾ। ਉਧਰੋਂ ਆਰਤੀ ਹੋਈ ਤਖਤ ਸਾਹਿਬ ਤੇ ਸਮਾਪਤੀ ਹੋਈ, ਸੰਗਤ ਸਾਰੀ ਉਤਰੀ, ਤੇ ਸਾਧ ਸੰਗਤ ਜੀ ਬਾਬਾ ਜੀ ਨੇ ਇੱਕ ਰਾਤ ਸਾਰਾ ਲੰਗਰ ਸੰਗਤ 'ਚ ਵਰਤਾਤਾ। ਤੇ ਬਾਬਾ ਧਰਮ ਸਿੰਘ ਜੀ ਨਾਲ ਸੀਗੇ, ਉਹ ਵੀ ਕਈ ਮਹੀਨਿਆਂ ਤੋਂ ਹੀ ਭੁੱਖੇ ਸੀਗੇ। ਤੇ ਜਦੋਂ ਵੇਖਿਆ ਤੇ ਫਿਰ ਸਾਧ ਸੰਗਤ ਜੀ 2 ਰੋਟੀਆਂ ਬਚੀਆਂ ਸੀਗੀਆਂ। ਬਾਬਾ ਧਰਮ ਸਿੰਘ ਜੀ ਕਹਿੰਦੇ ਵੀ ਮਹਾਰਾਜ ਤੁਸੀਂ ਛਕ ਲਓ ਤੇ ਮੈਂ ਬਾਅਦ 'ਚ ਛਕ ਲਾਂਗਾ। ਕਹਿਣ ਲੱਗੇ ਨਹੀਂ ਧਰਮ ਸਿੰਘ ਤੂੰ ਪਹਿਲਾਂ ਛਕ, ਅਸੀਂ ਬਾਅਦ 'ਚ ਛਕਦੇ। ਉਹਨਾਂ ਨੂੰ ਇੱਕ ਪ੍ਰਸ਼ਾਦਾ ਛਕਾਇਆ। ਜਦੋਂ ਬਾਬਾ ਜੀ ਇੱਕ ਛਕਣ ਲੱਗੇ ਨਾ ਪ੍ਰਸ਼ਾਦਾ, ਲਾਗੇ ਇੱਕ ਕੂਕਰ ਆ ਗਿਆ ਪੂਛ ਮਾਰਦਾ, ਅੱਧੀ ਰੋਟੀ ਉਹਨੂੰ ਤੋੜ ਕੇ ਪਾਤੀ, ਅੱਧੀ ਖਾ ਕੇ ਗੁਰੂ ਮਹਾਰਾਜ ਦਾ ਸ਼ੁਕਰ ਕਰਕੇ ਇੱਥੇ ਸਾਧ ਸੰਗਤ ਜੀ ਪਹਿਲੀ ਵਾਰ ਜਦੋਂ ਆਏ ਸੀ, ਬਾਬਾ ਮਿੱਤ ਸਿੰਘ ਜੀ ਮਹਾਂਪੁਰਖ ਨਿਹੰਗ ਸਿੰਘ ਫਰਲਾ ਸੀਸ ਤੇ ਸਜਾਇਆ ਕਰਦੇ, ਜਿਨ੍ਹਾਂ ਨੇ ਮਾਤਾ ਸਾਹਿਬ ਜੀ ਦੇ ਸਥਾਨ ਤੇ ਲੰਬੇਰਾ ਸਮਾਂ ਸੇਵਾ ਕੀਤੀ। ਮਹਾਰਾਜ ਕਹਿੰਦੇ ਦੇ ਖਾਜੈ ਜੇ ਕਰਕੇ ਖਾਵੇ ਗੁਰੂ ਕਾ ਸਿੱਖ। ਤੇ ਮਹਾਰਾਜ ਕਹਿੰਦੇ ਆਖ ਗਵਾਈਐ। ਫਿਰ ਪੜੋ, ਦੇ ਖਾਜਾ ਆਖ ਗਵਾਈਆ। ਜੇ ਆਖ ਦਈਏ ਨਾ ਕਿ ਆਹ ਸਾਰਾ ਲੰਗਰ ਮੈਂ ਹੀ ਲਾਇਆ ਹੈ, ਤੇ ਮਹਾਰਾਜ ਕਹਿੰਦੇ ਸਾਰੀ ਸੇਵਾ ਗਵਾ ਲਈ। ਜੇ ਤੂੰ ਦੱਸ ਦਿੱਤਾ ਨਾ ਕਿ ਆਹ ਤਾਂ ਮੈਂ ਦਾਨ ਕੀਤਾ ਹੈ,
ਤੇ ਇੱਥੇ ਆ ਕੇ ਜੇ ਤੂੰ ਦਾਨ ਕਰਕੇ ਤੇ ਉਹ ਬਾਹਰ ਬੋਰਡ ਤੇ ਮੇਰਾ ਨਾਂ ਨਹੀਂ ਲਿਖਿਆ ਤੇ ਗੱਲ ਪਵੇਂ ਜਾ ਕੇ ਦਫ਼ਤਰ ਵਿੱਚ ਵੀ ਮੇਰਾ ਨਾਂ ਕਿਉਂ ਨਹੀਂ ਲਿਖਿਆ, ਲੱਖ ਰੁਪਈਆ ਮੈਂ ਭੇਟ ਕਰਾਂ ਤੇ ਨਾਂ ਲਿਖੋ ਹੀ ਨਾ। ਤੇ ਮਹਾਰਾਜ ਕਹਿੰਦੇ ਦੇਣ ਦਾ ਫਾਇਦਾ ਕੀ ਹੈ? ਫਿਰ ਤੂੰ ਆਖ ਕੇ ਜਦੋਂ ਆਖ ਹੀ ਦਿੱਤਾ, ਦੱਸ ਹੀ ਦਿੱਤਾ ਤੇ ਫਿਰ ਸਭ ਕੁਝ ਗਵਾ ਲਿਆ, ਕੋਈ ਤੈਨੂੰ ਸੇਵਾ ਨਹੀਂ ਫਿਰ ਲੱਗੇਗੀ। ਇਹ ਨਾ ਦੱਸਿਆ ਕਰਕੇ ਮੈਂ ਕਿਸੇ ਗਰੀਬ ਦੀ ਮਦਦ ਕੀਤੀ ਹੈ, ਇਹ ਨਾ ਦੱਸਿਆ ਕਰਕੇ ਗੁਰੂ ਘਰ ਮੈਂ ਭੇਟਾ ਚੜਾਈ ਹੈ। ਗੁਪਤ ਸੇਵਾ ਕਰਿਆ ਕਰ ਤੇ ਲੋੜਵੰਦਾਂ ਨੂੰ ਦੇ ਕੇ ਆਪ ਖਾਇਆ ਕਰ, ਵੰਡ ਕੇ ਛਕਿਆ ਕਰ। ਜੇ ਤੂੰ ਆਖ ਦੇਂਗਾ ਨਾ ਕਿ ਮੈਂ ਇਹਨੂੰ ਮੈਂ ਹੀ ਵਰਤਾਇਆ, ਤਾਂ ਮੇਰੇ ਕਰਕੇ ਹੀ ਤੁਰੇ ਫਿਰਦੇ ਆ, ਫਿਰ ਸਭ ਕੁਝ ਤੇਰਾ ਕੀਤਾ ਦਾਨ ਗਵਾਚ ਜਾਵੇਗਾ। ਜੇ ਲੋੜ ਹੈ ਚੰਗਾ ਆਪਣਾ। ਮਹਾਰਾਜ ਜੀ ਜੇ ਆਪਣਾ ਭਲਾ ਲੋਚੀਏ ਤਾਂ ਮਹਾਰਾਜ ਕਹਿੰਦੇ ਜੇ ਲੋੜ ਹੈ ਚੰਗਾ ਆਪਣਾ, ਜੇ ਭਈ ਤੂੰ ਆਪਣਾ ਲੋੜਦਾ ਵੀ ਮੇਰਾ ਚੰਗਾ ਹੀ ਹੋਵੇ, ਸਦਾ ਭਲਾ ਹੀ ਹੋਵੇ, ਤੇ ਇਹ ਗੱਲ ਕਰਨਾ ਕਰ। ਕਰ ਪੁੰਨ ਹੋ ਨੀਚ ਸਦਾਈਆ। ਪੁੰਨ ਕਰਮ ਕਰ, ਬਹੁਤ ਉਪਕਾਰ ਕਰ, ਤੇ ਫਿਰ ਆਪਣੇ ਆਪ ਨੂੰ ਨੀਚ ਸਦਵਾ ਕਿ ਮੇਰੇ ਵਰਗਾ ਮਾੜਾ ਕੋਈ ਨਹੀਂ। ਮਹਾਰਾਜ ਜੀ ਨੇ ਕਿਹਾ ਸੀ ਨਾ ਕਿ ਨੀਚ ਕਹਾਏ ਊਚ ਘਰ ਆਇਆ, ਕਿ ਹੇ ਸਿੱਧੋ ਅਸੀਂ ਨੀਵੇਂ ਬਣ ਕਰਕੇ ਉੱਚੀ ਅਵਸਥਾ ਨੂੰ ਪ੍ਰਾਪਤ ਕੀਤਾ ਹੈ। ਆਪਸ ਕੋ ਜੋ ਜਾਣੈ ਨੀਚਾ ਸੋ ਗਨੀਐ ਸਭ ਤੇ ਉੱਚਾ। ਸੱਚੇ ਪਾਤਸ਼ਾਹ ਕਹਿੰਦੇ ਕਰ ਪੁੰਨਹੁ ਨੀਚ ਸਦਾਈਐ। ਪੁੰਨ ਕਰਮ ਕਰੀਏ, ਬੜੇ ਲੰਗਰ ਦੀ ਸੇਵਾ ਕਰੀਏ, ਦਾਨ ਕਰੀਏ, ਮਾਇਆ ਖਰਚ ਦੀਏ ਗੁਰਸਿੱਖਾਂ ਦੇ ਭਲੇ ਵਾਸਤੇ, ਫਿਰ ਆਖੀਏ ਮਹਾਰਾਜ ਮੇਰੇ ਵਰਗਾ ਕੋਈ ਨੀਚ ਨਹੀਂ, ਮੇਰੇ ਵਰਗਾ ਕੋਈ ਕ੍ਰੋਧੀ ਨਹੀਂ, ਮੇਰੇ ਵਰਗਾ ਕੋਈ ਕਾਮੀ ਨਹੀਂ, ਮਹਾਰਾਜ ਮੈਨੂੰ ਬਖਸ਼ ਲਓ, ਮੈਂ ਤਾਂ ਤੁਹਾਡੇ ਚਰਨਾਂ ਪਿੱਛੇ ਹੀ ਬਖਸ਼ੇ ਜਾਣਾ ਹੈ। ਸੁਭਾਅ ਪਰਉਪਕਾਰੀ ਹੋਵੇ, ਮਿੱਠਾ ਬੋਲਣ ਵਾਲਾ ਹੋਵੇ, ਜਤ ਸਤ ਵਿੱਚ ਪ੍ਰਪੱਕ ਹੋਵੇ, ਕਹੇ ਮਹਾਰਾਜ ਮੈਂ ਤਾਂ ਬੜਾ ਹੀ ਵਿਸ਼ਈ ਹਾਂ, ਮੈਂ ਤਾਂ ਬੜਾ ਹੀ ਬੁਰਾ ਹਾਂ, ਨੀਚ ਸਦਵਾਏ ਤੇ ਚੰਗੇ ਗੁਣ ਧਾਰਨ ਕਰੇ। ਮਹਾਰਾਜ ਕਹਿੰਦੇ ਭਾਈ ਫਿਰ ਉਹ ਜਾਣ ਲਓ ਕਿ ਉਹਦਾ ਚੰਗਾ ਹੀ ਚੰਗਾ ਹੋਊਗਾ। ਜੇ ਲੋੜਦੇ ਹੋ ਸਾਡਾ ਚੰਗਾ ਹੋਵੇ ਤੇ ਇਉਂ ਕਰਨਾ ਕਰੋ। ਕਰ ਪੁੰਨ ਹੋ ਨੀਚ ਸਦਾਈਆ। ਪੁੰਨ ਕਰਮ ਕਰਕੇ ਨੀਵੇਂ ਸਦਵਾਓ ਕਿ ਮੇਰੇ ਵਰਗਾ ਕੋਈ ਬੁਰਾ ਤੇ ਭੈੜਾ ਨਹੀਂ ਹੈ। ਜੇ ਜਰਵਾਣਾ ਪਰ ਹਰਾ। ਮਹਾਰਾਜ ਕਹਿੰਦੇ ਜੇ ਭਾਈ ਜਰਵਾਣਾ ਜਿਹੜਾ ਬਲਵਾਨ ਕਾਲ ਹੈ, ਤੂੰ ਸੋਚਦਾ ਮੈਂ ਇਹਨੂੰ ਪਰਹਰਨ ਕਰ ਦਾਂਗਾ, ਕਾਲ ਨੂੰ ਆਪਣੇ ਨੇੜੇ ਨਹੀਂ ਆਉਣ ਦਿਆਂਗਾ, ਮੈਂ ਪਰਾਂ ਸਿੱਟ ਦਿਆਂਗਾ। ਜਰ ਵੇਸ ਕਰੇ ਦੀ ਆਈਆ। ਪਰ ਜਿਹੜੀ ਜਰ ਬਿਰਧ ਅਵਸਥਾ ਉਹ ਤੇ ਤੇਰੇ ਸਰੀਰ ਦੇ ਉੱਤੇ ਵੇਸ ਕਰੇਂਦੀ ਆਈ ਹੈ, ਉਹ ਤਾਂ ਵੇਸ ਹੋਰ ਦੇ ਹੋਰ ਹੀ ਧਾਰਨ ਕਰਦੀ ਆ ਰਹੀ ਹੈ। ਫਰੀਦਾ ਸ਼ਾਖ ਪਕੰਦੀ ਆ, ਕਹਿੰਦੇ ਸ਼ਾਖਾ ਪੱਕਦੀ ਆ, ਅਵਰ ਕਰੇਂਦੀ ਵੰਨ, ਹੋਰ ਦੇ ਹੋਰ ਹੀ ਰੰਗ ਬਣਾਉਂਦੀ ਆ ਰਹੀ ਹੈ। ਬਚਪਨ ਸੀਗਾ ਹੋਰ ਹੀ ਹੋ ਗਿਆ ਹੁਣ, ਤੇ ਫਿਰ ਵੇਖ ਲੈ ਦਾੜਾ ਚਿੱਟਾ ਹੋ ਗਿਆ, ਕਿੱਦਾਂ ਮੂੰਹ ਹੋਰ ਦਾ ਹੋਰ ਹੀ ਹੋਣ ਲੱਗ ਪੈਂਦਾ। ਬਿਰਧ ਅਵਸਥਾ ਤਾਂ ਭੇਸ ਬਦਲਦੀ ਹੋਈ ਸਰੀਰ ਤੇ ਆ ਰਹੀ ਹੈ। ਇਸੇ ਪ੍ਰਕਾਰ ਜੇ ਜਰਵਾਣਾ ਪਰ ਹਰਾ। ਜਰ ਕਹਿੰਦੇ ਆ ਬੁਢੇਪੇ ਨੂੰ ਤੇ ਵਾਣਾ ਕਹਿੰਦੇ ਆ ਬਾਣੇ ਨੂੰ। ਬੁਢੇਪੇ ਦਾ ਬਾਣਾ ਕਿਹੜਾ? ਚਿੱਟੇ ਕੇਸ ਭਵਰ ਗਏ ਬਗ ਬੈਠੇ ਆਏ। ਤੇ ਜਿਹੜੇ ਫਿਰ ਸਾਧ ਸੰਗਤ ਜੀ ਲਾ ਕੇ ਕਾਲਾ ਰੰਗ ਕਹਿੰਦੇ ਨਹੀਂ ਅਜੇ ਨਹੀਂ ਚਿੱਟੇ ਹੋਏ। ਜੇ ਜਰਵਾਣਾ ਪਰ ਹਰਾ ਵੀ ਤੂੰ ਸੁੱਟਦਾ ਪਰਾਂ ਕਰਕੇ ਬੁਢੇਪੇ ਨੂੰ ਵੀ ਨਹੀਂ ਅਜੇ ਤਾਂ ਮੈਂ ਰੰਗ ਹੋਰ ਲਾ ਕੇ ਕਾਲੇ ਕਰ ਲੈਣੇ। ਕਈ ਕਹਿੰਦੇ ਆ ਮੁੱਢ ਥੋੜੇ ਜਿਹੇ ਚਿੱਟੇ ਰਹਿ ਗਏ, ਜਿਹੜਾ ਧਿਆਨ ਨਾ ਲਾਇਆ ਕਰ, ਪਤਾ ਨਾ ਲੱਗੇ ਕਿਸੇ ਨੂੰ, ਮੁੱਢ ਵੀ ਨਾਲ ਹੀ ਕਾਲੇ ਕਰਿਆ ਕਰ। ਇਸ ਪ੍ਰਕਾਰ ਬੜੇ ਤਰੀਕੇ ਆ ਡਾਈ ਕਰਨ ਦੇ, ਵੀ ਬੱਜਰ ਕਰਾਇਆ ਤਾਂ ਸਤਿਗੁਰਾਂ ਕਿਹਾ। ਤੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਜੇ ਕਾਲੇ ਕੇਸ ਕਰਕੇ ਤੂੰ ਬਿਰਧ ਅਵਸਥਾ ਨੂੰ ਪਰੇ ਸਿੱਟ ਦੇ ਕਿ ਹੁਣ ਮੇਰੇ ਬਿਰਧ ਨਹੀਂ ਮੈਂ ਜੇ ਜਵਾਨ ਹਾਂ। ਜਰ ਵੇਸ ਕਰੇ ਦੀ ਆਈਆ। ਪਰ ਬੁਢੇਪਾ ਤੇ ਵੇਖ ਲੈ ਰੂਪ ਹੋਰ ਹੀ ਬਣਾਉਂਦਾ ਆ ਰਿਹਾ, ਮੱਥੇ ਤੇ ਤਿਰੂੜੀਆਂ ਪੈਂਦੀਆਂ ਜਾ ਰਹੀਆਂ, ਦੰਦ ਗਵਾਚਦੇ ਜਾ ਰਹੇ ਆ, ਕਦੇ ਇੱਕ ਕਢਾਇਆ ਕਦੇ ਦੋ ਕਢਾਇਆ, ਇਸ ਤਰ੍ਹਾਂ ਦੰਦ ਨਿਕਲਦੇ ਜਾ ਰਹੇ ਆ, ਗੋਡੇ ਜਵਾਬ ਦਿੰਦੇ ਜਾ ਰਹੇ ਆ, ਲੜ ਖੜਾਉਂਦਾ ਜਾ ਰਿਹਾ, ਪੌੜੀਆਂ ਦੇ ਉੱਤੇ ਵੀ ਹੱਥ ਧਰ ਧਰ ਕੇ ਚੜ੍ਹਨਾ ਸ਼ੁਰੂ ਹੋ ਗਿਆ, ਪਰ ਰੰਗ ਫਿਰ ਵੀ ਕਈ ਕਾਲਾ ਹੀ ਕਰਕੇ ਰੱਖਦੇ ਦਾੜੇ ਦਾ। ਦੱਸੋ ਹੁਣ ਤੂੰ ਪੌੜੀਆਂ ਤੇ ਡੰਡੇ ਫੜ ਫੜ ਕੇ ਚੜ੍ਹਦਾ ਹੈ ਤੇ ਫਿਰ ਕੀ ਵਿਖਾਉਣਾ ਚਾਹੁੰਦਾ ਹੈ? ਤੋ ਇਹ ਸਾਧ ਸੰਗਤ ਜੀ ਵਕਾਰ ਹੀ ਬੰਦੇ ਨੂੰ ਤੰਗ ਕਰਦੇ ਰਹਿੰਦੇ ਹਨ। ਕੋ ਰਹਾ ਨਾ ਭਰੀਆ ਪਾਈਆ। ਮਹਾਰਾਜ ਕਹਿੰਦੇ ਕੋ ਰਹਾ ਨਾ ਭਰੀਆ ਪਾਈਆ, ਕੋਈ ਵੀ ਨਹੀਂ ਰਹੇਗਾ ਇਸ ਸੰਸਾਰ ਦੇ ਅੰਦਰ। ਜਦੋਂ ਸਵਾਸਾਂ ਰੂਪੀ ਪਾਈ ਭਰ ਗਈ ਨਾ ਸਾਧ ਸੰਗਤ ਜੀ, ਜਦੋਂ ਤੋਲਣਾ ਅਜੇ ਸੰਸਾਰ ਵਿੱਚ ਨਹੀਂ ਸੀ ਨਾ ਚੱਲਿਆ, ਆਯਾਤ ਨਹੀਂ ਸੀ ਹੋਈ ਤੱਕੜੀ, ਉਦੋਂ ਲੋਕ ਨਾ ਬਰਤਨਾਂ ਵਿੱਚ ਭਰ ਭਰ ਕੇ ਫਿਰ ਇਉਂ ਮਿਣਿਆ ਕਰਦੇ ਸੀਗੇ। 4 ਟੋਪਿਆਂ ਦੀ ਇੱਕ ਪਾਈ ਹੁੰਦੀ ਸੀ। ਪਾਈ ਹੈ ਜੋ ਮਹਾਰਾਜ ਸ਼ਬਦ ਕਿਹਾ ਨਾ, ਉਹਨੂੰ ਪਾਈ ਕਹਿੰਦੇ ਆ। ਬਰਤਨ ਹੁੰਦਾ ਸੀ ਇੱਕ ਤਰ੍ਹਾਂ ਦਾ,
ਤੇ ਉਹਦੇ ਵਿੱਚ ਜਿਹੜਾ ਸੀ ਦਾਣੇ ਭਰ ਕੇ ਪਾਏ ਜਾਂਦੇ ਸੀ ਤੇ ਉਹ ਮਿਣਤੀ ਕਰ ਲਈ ਜਾਂਦੀ ਸੀ। ਤੋਲਣਾ ਅਜੇ ਉਦੋਂ ਸੰਸਾਰ ਵਿੱਚ ਨਹੀਂ ਸੀ ਚੱਲਿਆ। ਮਹਾਰਾਜ ਕਹਿੰਦੇ ਕੋ ਰਹਿ ਨਾ ਭਰੀਆ ਪਾਈ ਹੈ। ਜਦੋਂ ਤੇਰੀ ਇਹ ਸਵਾਸਾਂ ਰੂਪੀ ਪਾਈ ਭਰ ਗਈ ਨਾ ਤਾਂ ਮਹਾਰਾਜ ਕਹਿੰਦੇ ਕੋਈ ਨਹੀਂ ਰਿਹਾ, ਫਿਰ ਕੌਣ ਰਿਹਾ? ਜਦੋਂ ਕੋਈ ਪੁੱਛੋ ਕਹਿੰਦੇ ਕੀ ਹੋਇਆ? ਸਵਾਸ ਪੂਰੇ ਹੋ ਗਏ। ਇਹੀ ਕਹਿੰਦੇ ਨਾ ਪੂਰਾ ਹੋ ਗਿਆ ਹੁਣ, ਤੇ ਪਹਿਲੋਂ ਅਧੂਰਾ ਹੀ ਰਹਿੰਦਾ ਹੈ। ਮਹਾਰਾਜ ਕਹਿੰਦੇ ਕੋ ਰਹਿ ਨਾ ਭਰੀਆ ਪਾਈ ਹੈ। ਜਦੋਂ ਪਾਈ ਤੇਰੀ ਦੇਹ ਰੂਪੀ ਪਾਈ ਭਰ ਗਈ ਸਵਾਸਾਂ ਰੂਪੀ ਪਾਣੀ ਦੇ ਨਾਲ, ਤੇ ਫਿਰ ਕੋਈ ਵੀ ਨਹੀਂ ਰਹੇਗਾ ਸੰਸਾਰ ਵਿੱਚ। ਮਹਾਰਾਜ ਕਹਿੰਦੇ ਸਭ ਕੂਚ ਕਰ ਜਾਣਗੇ। ਇਹ ਸਤਿਗੁਰਾਂ ਜੀ ਨੇ ਸਿੱਖਿਆ ਦਿੱਤੀ ਹੈ। ਸਮਾਂ 5-7 ਮਿੰਟ ਵੱਧ ਲੱਗਿਆ, ਮਾਫੀ ਬਖਸ਼ਣੀ ਜੀ। ਜੇ ਜਰਵਾਣਾ ਪਰ ਹਰਾ ਜਰ ਵੇਸ ਕਰੇਂਦੀ ਆਈ ਐ, ਕੋ ਰਹਿ ਨਾ ਭਰੀਐ ਪਾਈਐ। ਵਾਹਿਗੁਰੂ ਜੀ ਕਾ ਖਾਲਸਾ